ਸੋ ਅੱਜ ਆਪਾਂ ਗੱਲ ਕਰਾਂਗੇ ਓਨਟਾਰੀਓ ਦੀ ਸਭ ਤੋਂ ਵੱਧ ਚਰਚਾ ਵਾਲੀ ਸਟਰੀਮ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਦੀ। ਇਹਦੇ ਵਿੱਚ ਕਿਹਾ ਜਾ ਰਿਹਾ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਦੀ ਲੋੜ ਨਹੀਂ, ਸਿੱਧਾ ਤੁਹਾਡੀ ਪੀਆਰ ਦੀ ਫਾਈਲ ਪੈ ਜੂਗੀ, ਬਸ ਤੁਸੀਂ ਓਨਟਾਰੀਓ 'ਚ ਗ੍ਰੈਜੂਏਟ ਹੋਣੇ ਚਾਹੀਦੇ ਹੋ। ਮੈਂ ਤੁਹਾਡੇ ਮੂਹਰੇ ਆਹ ਸਟਰੀਮ ਲੈ ਕੇ ਸਾਰੀ ਜਾਣਕਾਰੀ ਰੱਖ ਦੇਣਾ, ਕੀ ਰਿਕੁਆਇਰਮੈਂਟ ਹੈ, ਕੀ ਸੀ ਨਾ। ਉਦੋਂ ਬਾਅਦ ਤੁਸੀਂ ਫੈਸਲਾ ਲੈਣਾ ਕਿ ਤੁਸੀਂ ਤੁਹਾਡੇ ਲਈ ਸਟਰੀਮ ਹੈ ਜਾਂ ਨਹੀਂ ਹੈ। ਜਸਟ ਐਂ ਕਹਿ ਦੇਣਾ ਕਿ ਹਾਂ ਜੀ ਸਭ ਤੋਂ ਬੈਸਟ ਸਟਰੀਮ ਹੈ, ਡਾਇਰੈਕਟ ਫਾਈਲ ਪੈ ਜੂਗੀ, ਉਹ ਗਲਤ ਹੋਊਗਾ। ਸਾਰੀ ਜਾਣਕਾਰੀ ਪਹਿਲਾਂ ਇਨਸਾਨ ਨੂੰ ਪਤਾ ਹੋਣੀ ਚਾਹੀਦੀ ਹੈ, ਇਨਫੋਰਮੇਸ਼ਨ ਦੇਣੀ ਚਾਹੀਦੀ ਹੈ। ਉਦੋਂ ਬਾਅਦ ਸਾਹਮਣੇ ਵਾਲਾ ਇਨਸਾਨ ਡਿਸਾਈਡ ਕਰਦਾ ਹੁੰਦਾ ਕਿ ਆਹ ਸਟਰੀਮ ਫਾਇਦੇਮੰਦ ਹੈ ਕਿ ਨਹੀਂ ਹੈ। ਜਸਟ ਕਹਿ ਦੇਣਾ ਕਿ ਹਾਂ ਜੀ ਮੈਨੂੰ ਲੱਗ ਰਿਹਾ ਘੈਂਟ ਆ, ਦੈਟ ਡਜ਼ਨਟ ਮੀਨ ਕਿ ਸਾਰਿਆਂ ਨੇ ਘੈਂਟ ਹੋਊਗੀ। ਠੀਕ ਹੈ। ਸੋ ਇੰਟਰਨੈਸ਼ਨਲ ਸਟੂਡੈਂਟ ਸਟਰੀਮ ਜਿਹਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਜੋਬ ਆਫਰ ਦੀ ਰਿਕੁਆਇਰਮੈਂਟ ਆ ਗਈ, ਬਿਕੋਜ਼ ਜੋਬ ਆਫਰ ਸਟਰੀਮ ਆ, ਬਟ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਐਕਸਪੀਰੀਅੰਸ ਦੀ ਲੋੜ ਨਹੀਂ ਹੈਗੀ। ਠੀਕ ਹੈ। ਹੁਣ ਪਹਿਲੇ ਨੰਬਰ 'ਤੇ ਆਪਾਂ ਇਹਦੇ ਦੇਖੀਏ ਡਰਾਅ ਕਿੰਨੇ ਕੁ ਆਏ ਆ। OINP ਦਾ ਸਿਸਟਮ ਆ। ਠੀਕ ਹੈ। ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇਨਵੀਟੇਸ਼ਨ ਜਿਹੜੇ 2025 'ਚ ਇਸ਼ੂ ਕੀਤੀਆਂ ਸਰਕਾਰ ਨੇ। ਸੋ ਇੰਟਰਨੈਸ਼ਨਲ ਸਟੂਡੈਂਟ ਸਟਰੀਮ 'ਚ ਸਭ ਤੋਂ ਵੱਧ ਇਨਵੀਟੇਸ਼ਨ ਇਸ਼ੂ ਕੀਤੀਆਂ। ਸੋ ਆਹ ਸਟਰੀਮ ਦੇ 'ਚ ਇਨਵੀਟੇਸ਼ਨਾਂ ਸਭ ਤੋਂ ਵੱਧ ਗਈਆਂ 2025 'ਚ 5540। ਠੀਕ ਹੈ। ਹੁਣ ਚੱਲਦੇ ਆਪਾਂ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਆ ਰਹੀ ਸਟੂਡੈਂਟ ਸਟਰੀਮ 'ਤੇ। ਠੀਕ ਹੈ। ਫੋਰਨ ਵਰਕਰ ਦੀ ਆ ਰਹੀ, ਇੰਟਰਨੈਸ਼ਨਲ ਸਟੂਡੈਂਟ ਸਟਰੀਮ ਆ ਰਹੀ। ਇਹਦੇ ਵਿੱਚ ਅਕਤੂਬਰ 9 ਨੂੰ ਡਰਾ ਹੋਇਆ, 53 ਇਨਵੀਟੇਸ਼ਨਾਂ ਭੇਜੀਆਂ ਤੇ ਅਕਤੂਬਰ 9 ਨੂੰ ਸਰਕਾਰ ਨੇ 2 ਡਰਾ ਕੱਢੇ ਸੀ, ਜਿਹਦੇ ਵਿੱਚ ਇੱਕ 'ਚ ਸਰਕਾਰ ਨੇ ਟਾਰਗੇਟ ਕੀਤਾ ਹੈਲਥ ਕੇਅਰ, ਜਿਹਦੇ ਵਿੱਚ 757 ਬੰਦੇ ਨੂੰ ਇਨਵੀਟੇਸ਼ਨਾਂ ਭੇਜੀਆਂ। ਠੀਕ ਹੈ। ਹੈਲਥ ਆਕੂਪੇਸ਼ਨ ਟਾਰਗੇਟ ਕੀਤੀਆਂ ਤੇ ਅਰਲੀ ਚਾਈਲਡ ਐਜੂਕੇਟਰ ਅਸਿਸਟੈਂਟ ਟਾਰਗੇਟ ਕੀਤੇ। ਠੀਕ ਹੈ। ਆਹ ਚੰਗੇ ਸਟਰੀਮ ਆ, ਚੰਗੀਆਂ ਫੀਲਡਾਂ ਟਾਰਗੇਟ ਕੀਤੀਆਂ ਸਰਕਾਰ ਨੇ। ਤੇ ਜਿਹੜੇ 53 ਇਨਵੀਟੇਸ਼ਨਾਂ ਭੇਜੀਆਂ ਸਰਕਾਰ ਨੇ ਟਾਰਗੇਟ ਕੀਤੀਆਂ ਰੈਡੀ ਪ੍ਰੋਗਰਾਮ ਵਾਲੀਆਂ। ਸੋ ਜਿਹੜੇ ਵੀ ਲੋਕੀ ਰੀਜਨਲ ਇਕਨੋਮੀ ਡਿਵੈਲਪਮੈਂਟ ਥਰੂ ਹੋਏ ਨਾ, ਰੈਡੀ ਪ੍ਰੋਗਰਾਮ ਜਿਹੜੇ ਲੋਕਾਂ ਨੇ ਫਾਈਲ ਪਾਈ ਸੀ। ਸੋ ਰੈਡੀ ਹੈਗਾ ਵਾ, ਸਰਕਾਰ ਨੇ ਚੂਜ਼ ਕੀਤੀਆਂ ਸੀ 4 ਕਮਿਊਨਿਟੀਆਂ, ਲਨਾਰ ਕਾਊਂਟੀ, ਲੀਡਸ ਐਂਡ ਗ੍ਰੀਨਵਿਲ, ਸਾਰਨੀਆ, ਲੈਂਪਟਨ ਤੇ ਥੰਡਰ ਵੇ। ਸੋ ਜੇ ਇਹਨਾਂ ਦੇ ਵਿੱਚ ਤੁਹਾਡੇ ਕੋਲ ਜੋਬ ਆਫਰ ਹੁੰਦਾ, ਤੁਸੀਂ ਸਿੰਪਲੀ ਹਾਈ ਦੇ ਲਈ ਕੁਆਲੀਫਾਈ ਕਰ ਜਾਣਾ ਸੀ। ਠੀਕ ਹੈ। ਬਟ ਸਕੋਰ ਦਾ ਕ੍ਰਾਈਟੀਰੀਆ ਰੱਖਿਆ ਸਰਕਾਰ ਨੇ 75 ਮਿਨੀਮਮ ਰੈਡੀ ਵਾਲਿਆਂ ਲਈ। ਜਿਹੜੇ ਹੈਲਥ ਕੇਅਰ ਵਾਲੇ ਸੀ ਉਹਨਾਂ ਲਈ ਰੱਖਿਆ 56 ਦਾ। ਉਦੋਂ ਪਹਿਲਾਂ ਡਰਾ ਹੋਇਆ ਸਤੰਬਰ ਦੇ ਵਿੱਚ, ਜੋ ਸੀ 760 ਇਨਵੀਟੇਸ਼ਨ ਦੇ ਲਾਗੇ ਭੇਜਿਆ, 759 63 ਦਾ ਕੱਟ ਆਫ ਰੱਖਿਆ ਸੀ ਤੇ ਸਰਕਾਰ ਨੇ ਪ੍ਰਾਇਓਰਟੀ ਆਕੂਪੇਸ਼ਨ ਚੱਕੀ ਹੈ। ਠੀਕ ਹੈ ਜੀ। ਉਦੋਂ ਬਾਅਦ 'ਚ ਸਰਕਾਰ ਨੇ ਸਤੰਬਰ 2 2025 ਨੂੰ ਡਰਾ ਕੱਢਿਆ ਸੀ, ਸਤੰਬਰ 3 ਨੂੰ ਵੀ ਕੱਢਿਆ, 2 ਨੂੰ ਵੀ ਕੱਢਿਆ। ਸੋ ਜਿਹੜਾ 2 ਨੂੰ ਆਇਆ ਉਹ 'ਚ 1105 ਇਨਵੀਟੇਸ਼ਨਾਂ ਭੇਜੀਆਂ, 58 ਦਾ ਸਕੋਰ ਰੱਖਿਆ ਤੇ ਹੈਲਥ ਕੇਅਰ EC ਵਾਲੇ ਬੰਦੇ ਟਾਰਗੇਟ ਕੀਤੇ। ਸੋ ਆਹ ਸਟਰੀਮ ਤੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ, ਹੈਲਥ ਕੇਅਰ ਤੇ EC ਵਾਲਿਆਂ ਨੂੰ ਸਰਕਾਰ ਪ੍ਰੈਫਰੈਂਸ ਦੇ ਰਹੀ ਹੈ। ਕੁਝ ਇਹਨਾਂ ਦੇ ਕੱਟ ਆਫ ਸਰਕਾਰ ਨੇ 58 56 ਪੁਆਇੰਟਸ ਦਾ ਰੱਖਿਆ ਤੇ ਗਾਂ ਤੁਹਾਨੂੰ ਦੱਸਦਾ ਕਿ ਪੁਆਇੰਟਸ ਕ੍ਰਾਈਟੀਰੀਆ ਕੀ ਆ, ਤੁਸੀਂ ਮੀਟ ਕਿਵੇਂ ਕਰਨਾ। ਆਪਾਂ ਹਜੇ ਕਦੇ ਡਰਾ ਡਿਸਕਸ ਕਰ ਰਹੇ ਹਾਂ ਕਿ ਜੇ ਆਹ ਸਟਰੀਮ ਅਸੀਂ ਟਾਰਗੇਟ ਕਰਨੀ ਹੈ ਕਿ ਇਹਦੇ ਡਰਾ ਨਿਕਲਦੇ ਪਏ ਆ, ਜੇ ਡਰਾ ਨਿਕਲਦੇ ਪਏ ਕਿੰਨਾ ਦੇ ਨਿਕਲਦੇ ਪਏ ਤੇ ਕਿੰਨੇ ਕੁ ਪੁਆਇੰਟ ਦਾ ਕੱਟ ਆਫ ਚੱਲਦਾ ਪਿਆ, ਉਹ ਡਿਸਕਸ ਕਰਦੇ ਪਏ। ਠੀਕ ਹੈ। ਫਿਰ ਅਗਸਤ 28 ਡਰਾ ਆਇਆ ਸੀ। ਸੋ ਸਤੰਬਰ ਦਾ 1 ਮਹੀਨਾ ਪਹਿਲਾਂ 236 ਦਾ 66 ਦੇ ਕੱਟ ਆਫ ਤੇ, ਜਿੱਥੇ ਸਰਕਾਰ ਨੇ ਨਾਰਦਰਨ ਓਨਟਾਰੀਓ ਦੇ ਕੈਂਡੀਡੇਟ ਚੱਕੇ। ਉਦੋਂ ਪਹਿਲਾਂ ਅਕਤੂਬਰ 28 ਨੂੰ ਦੂਸਰਾ ਡਰਾ ਹੋਇਆ 56 ਇਨਵੀਟੇਸ਼ਨਾਂ 68 ਦੇ ਕੱਟ ਆਫ ਤੇ ਰੈਡੀ ਪ੍ਰੋਗਰਾਮ ਵਾਲੇ ਬੰਦੇ, ਅਗੇਨ ਆ ਸਾਰੇ ਕਮਿਊਨਿਟੀਆਂ ਵਾਲੇ। ਉਦੋਂ ਬਾਅਦ 'ਚ ਜੂਨ ਦੇ ਵਿੱਚ ਡਰਾ ਆਇਆ ਸੀ 1 2 3 ਤੇ 4 ਡਰਾ ਕੱਢੇ ਜੂਨ ਦੇ ਵਿੱਚ ਤੇ 363 ਕੋਈ ਇਹਦੇ ਪੁਆਇੰਟ ਨਹੀਂ ਸੀ, ਰੈਡੀ ਵਾਲੇ ਪ੍ਰੋਗਰਾਮ ਵਾਲੇ ਬੰਦੇ ਸੀ। 493 ਤੇ 54 ਜਿਹਦੇ ਵਿੱਚ ਨਾਰਦਰਨ ਓਨਟਾਰੀਓ ਵਾਲੇ ਬੰਦੇ। ਨਾਰਦਰਨ ਓਨਟਾਰੀਓ ਹੋ ਗਿਆ GTA ਤੋਂ ਬਾਹਰ ਵਾਲਾ ਏਰੀਆ। Ontario cities. North East, North West ਤੇ ਸੋ ਇਹਨਾਂ ਸਾਰਿਆਂ ਵਿੱਚ ਨਾਰਥ ਈਸਟ, ਨਾਰਥ ਵੈਸਟ, ਇੱਥੇ ਨਾਰਥ ਕਲਰ ਨਾਰਦਰਨ ਲਿਖਿਆ। ਠੀਕ ਹੈ। ਸੋ GTA ਤੋਂ ਬਾਹਰ ਮੇਰੇ ਹਿਸਾਬ ਨਾਲ ਯੈਸ। ਸੋ ਜਿਹਦੇ ਵਿੱਚ ਥੰਡਰ ਬੇ, ਲੇਕ ਸੁਪੀਰੀਅਰ, ਟਿਮਨਸ ਆ ਗਿਆ, ਸਡਬਰੀ ਆ ਗਿਆ, ਨਾਰਥ ਬੇ ਆ ਗਿਆ, ਕਨੋਰਾ ਆ ਗਿਆ, ਡਰਾਈਡਨ ਆ ਗਿਆ। ਅਤੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਸਿਲੈਕਟ ਕੀਤਾ। ਠੀਕ ਹੈ। ਫਿਰ ਈਸਟਰਨ ਓਨਟਾਰੀਓ ਵਾਲੇ ਡਰਾ ਕੱਢੇ ਸੀ ਸਰਕਾਰ ਨੇ ਜੂਨ 3 ਨੂੰ 85 ਪੁਆਇੰਟਾਂ 'ਤੇ, ਹਾਈਐਸਟ ਡਰਾ ਗਿਆ ਉਹ। ਸੋ ਈਸਟਰਨ ਓਨਟਾਰੀਓ ਦੇ ਵਿੱਚ ਆ ਗਈਆਂ ਸਿਟੀਜ਼ ਆਪਣੀਆਂ ਓਟਵਾ, ਕਿੰਗਸਟਨ, ਬੈਲੇਵਿਲੇ, ਪ੍ਰਿੰਸ ਐਡਵਰਡ ਕਾਊਂਟੀ, ਬਰੁਕਵਿਲ, ਗਲਫ, ਕਾਰਨਵਾਲ, ਹੈਮਿਲਟਨ। ਆ ਈਸਟਰਨ ਓਨਟਾਰੀਓ 'ਚ ਆ ਗਿਆ। ਠੀਕ ਹੈ। ਤੇ 34 ਇਨਵੀਟੇਸ਼ਨਾਂ ਭੇਜੀਆਂ ਸੀ ਸਰਕਾਰ ਨੇ ਗ੍ਰੇਟਰ ਟੋਰਾਂਟੋ ਏਰੀਆ। ਸੋ ਗ੍ਰੇਟਰ ਸਡਬਰੀ, ਗ੍ਰੇਟਰ ਔਰ ਗ੍ਰੈਂਡ ਸਡਬਰੀ ਏਰੀਆ ਜਿਹੜਾ ਹੈਗਾ। ਠੀਕ ਹੈ। ਤੇ ਐਂ ਕਰਕੇ ਇਹਦੇ ਡਰਾ ਨਿਕਲਿਆ ਤੇ ਇਹਦੇ ਡਰਾ ਨਿਕਲਿਆ ਜੂਨ 3 2025 ਤੋਂ ਸ਼ੁਰੂ ਹੋਏ ਸੀ
ਤੇ ਅਕਤੂਬਰ 9 ਤੱਕ ਦੇ ਡਰਾਅ ਨਿਕਲਿਆ। ਸੋ ਸਰਕਾਰ ਨੇ ਸਭ ਤੋਂ ਵੱਧ ਇਨਵੀਟੇਸ਼ਨ ਇਹ 'ਚ ਭੇਜੀਆਂ। ਸਭ ਤੋਂ ਵੱਡਾ ਡਰਾਅ ਇਹਦਾ ਗਿਆ ਵਾ 1350 ਦਾ 68 ਤੇ ਸਭ ਤੋਂ ਛੋਟਾ ਡਰਾਅ ਮੇਰੇ ਨਾਲ 53 ਨਹੀਂ 34 ਦਾ ਗਿਆ ਵਾ, ਜੋ ਗਿਆ ਵਾ ਟਾਰਗੇਟ ਆਕੂਪੇਸ਼ਨ ਸੌਰੀ ਗ੍ਰੇਟਰ ਸੈਲਬਰੀ ਵਾਲੇ ਲਈ। ਸੋ ਡਰਾਅ ਨਿਕਲਦੇ ਪਏ ਆ ਇਹਦੇ ਕੁੱਲ ਮਿਲਾ ਕੇ, ਠੀਕ ਹੈ। ਹੁਣ ਆਪਾਂ ਆ ਜਾਈਏ ਇਸੇ ਸਟਰੀਮ ਦੇ ਕ੍ਰਾਈਟੀਰੀਆ ਨੂੰ ਲੈ ਕੇ ਕੀ ਸੀ ਨਾ, ਵੀ ਕ੍ਰਾਈਟੀਰੀਆ ਕੀ ਆ, ਵੀ ਸਾਨੂੰ ਐਕਸਪੀਰੀਅੰਸ ਤਾਂ ਨਹੀਂ ਚਾਹੀਦਾ ਬਟ ਜੋਬ ਆਫਰ ਮੇਨ ਹੋਈ ਨਾ, ਫਿਰ ਇਹਦੇ ਵਿੱਚ ਕੋਈ ਇੰਪਲੋਇਰ ਜੋਬ ਆਫਰ ਸਟਰੀਮ ਆ। ਸੋ ਜੋਬ ਆਫਰ ਦੀ ਰਿਕੁਆਇਰਮੈਂਟਸ ਦੇਖ ਲਈਏ। ਜੋਬ ਆਫਰ ਦੀ ਰਿਕੁਆਇਰਮੈਂਟ ਲਈ ਤੁਹਾਨੂੰ ਕੀ ਚਾਹੀਦਾ? ਸੈਲਫ ਇੰਪਲੋਇਡ ਵਾਲਾ ਬੰਦਾ ਐਲੀਜੀਬਲ ਨਹੀਂ ਹੈਗਾ, ਸਿੰਪਲ। ਜਿਹੜੇ ਲੋਕਾਂ ਦੇ ਆਪਣੇ ਕਾਰੋਬਾਰ ਆ ਦੇ ਆਰ ਨਾਟ ਐਲੀਜੀਬਲ। ਫਿਰ ਫੁੱਲ ਟਾਈਮ ਪਰਮਾਨੈਂਟ ਜੋਬ ਆਫਰ ਚਾਹੀਦਾ ਤੁਹਾਨੂੰ, 1560 ਘੰਟੇ ਸਾਲ ਦੇ ਘੱਟੋ ਘੱਟ ਮਿਲਦੇ ਹੋਣ, 30 ਘੰਟੇ ਹਫਤੇ ਦੇ ਘੱਟੋ ਘੱਟ ਫੁੱਲ ਟਾਈਮ ਜੋਬ ਆਫਰ, ਠੀਕ ਹੈ। ਐਲੀਜੀਬਲ ਜੋਬ ਹੈਗੀ ਆ ਟੀਅਰ 0 1 2 3। ਸੋ ਟੀਅਰ 4 5 ਵਾਲੇ ਬੰਦੇ ਐਲੀਜੀਬਲ ਨਹੀਂ ਹੈਗੇ। ਟੀਅਰ 4 ਤੇ 5 ਵਾਲੇ ਆਪਣੇ ਮੈਜੋਰਟੀ ਬੰਦੇ ਕੰਮ ਕਰਦੇ ਆ, ਸੈਡ ਟੂ ਸੇ ਦੈਟ, ਬਟ ਟੀਅਰ 4 5 ਦੇ ਵਿੱਚ ਆਪਣੇ ਬਹੁਤ ਬੰਦੇ ਕੰਮ ਕਰਦੇ। ਟੀਅਰ 4 5 ਜਿਵੇਂ ਫਰੰਟ ਕਿਸੇ ਵੀ ਬਿਜ਼ਨਸ ਦਾ ਸਟਾਫ ਲਾ ਲਓ, ਹੈ ਨਾ। ਹੁਣ ਲੋ ਵੇਜ level, the pay of the job offer must or higher than the lower wage। so minimum wage ਤੋਂ ਉੱਪਰ ਤੁਹਾਡੀ ਜੌਬ ਹੋਣੀ ਚਾਹੀਦੀ ਹੈ। minimum wage ਹੋਊਗੀ ਤੁਹਾਨੂੰ ਪੁਆਇੰਟ ਨਹੀਂ ਮਿਲਣੇ, ਠੀਕ ਹੈ। for that occupation in specific Ontario region you will be working, ਠੀਕ ਹੈ। ਸੋ ਜਿਹੜੇ ਵੀ ਰੀਜਨ 'ਚ ਕੰਮ ਕਰਦੇ ਪਏ ਆ ਉਸ ਹਿਸਾਬ ਦੇ ਨਾਲ ਤੁਹਾਡੀ ਵੇਜ ਹਾਇਰ ਹੋਣੀ ਚਾਹੀਦੀ ਹੈ, ਜਿੰਨੀ ਜੌਬ ਬੈਂਕ ਦੇ ਉੱਤੇ ਲਿਸਟਡ ਆ। ਸੋ ਤੁਹਾਨੂੰ ਦਿਖਾਉਣਾ ਮੈਂ, ਜੌਬ ਬੈਂਕ ਦੀ ਵੈਬਸਾਈਟ ਆ ਗਈ ਇੱਥੇ। ਲੈਟਸ ਸੇ ਕੁੱਕ ਤਾਂ ਨਹੀਂ ਭਰਨਾ, ਕੁੱਕ ਭਰ ਕੇ ਦੇਖ ਲੈਣਾ, ਕੋਈ ਚੱਕਰ ਨਹੀਂ। ਸੋ ਜੇ ਮੰਨ ਲਓ ਕੋਈ ਵੀ ਇਨਸਾਨ ਰੀਟੇਲ ਬਾਇਰ ਬੇਕਰ, ਲੈਟਸ ਸੇ ਰੀਟੇਲ ਸੇਲਸ ਪਰਸਨ ਦਾ ਕੰਮ ਕਰਦਾ ਕੋਈ ਵੀ, ਐਗਜ਼ਾਮਪਲ ਦੇ ਰਹੇ ਹਾਂ ਤੁਹਾਨੂੰ। ਜਿਵੇਂ ਹੁਣ ਕੈਨੇਡਾ ਦੇ ਏਰੀਆ ਆ ਗਏ, ਠੀਕ ਹੈ। ਜਾਂ ਫਿਰ ਯਾਰ ਆਪਾਂ ਇਹਨੂੰ ਵੀ ਛੱਡੀਏ, ਆਪਾਂ ECA ਦੀ ਗੱਲ ਕਰ ਲੈਂਦੇ ਹਾਂ, ਅਰਲੀ ਚਾਈਲਡ ਸੁਪਰਵਾਈਜ਼ਰ ਐਜੂਕੇਟਰ ਲਾ ਲੈਂਦੇ ਹਾਂ। ਬਹੁਤ ਸਾਰੇ ਆਪਣੇ ਭੈਣਾਂ ਭਰਾ ਇਹਦੇ ਵਿੱਚ ਇਨਵੋਲਵ ਨੇ, ਕੁੜੀਆਂ ਖਾਸ ਕਰਕੇ। ਸੋ ECA ਦੀ ਐਗਜ਼ਾਮਪਲ ਵਧੀਆ ਰਹੂਗੀ, ਸੂਟ ਕਰੂਗੀ ਸਾਰਿਆਂ ਨੂੰ। ਸੋ ਆ ਗਿਆ ECA, ਠੀਕ ਹੈ। ECA ਦੇ ਵਿੱਚ ਹੁਣ ਇੱਥੇ ਜਿਵੇਂ ਇਹਨਾਂ ਨੇ ਆਪਾਂ ਨੂੰ ਕਿਹਾ ਸੀ ਇੱਥੇ ਕਿ ਜਿਹੜੇ ਰੀਜਨ 'ਚ ਕੰਮ ਕਰਦੇ ਪਏ ਓਨਟਾਰੀਓ ਦੇ, ਉਸ 'ਤੇ ਮਿਨੀਮਮ ਵੇਜ ਤੋਂ ਵੱਧ ਹੋਣੀ ਚਾਹੀਦੀ। ਫੋਰ ਐਗਜ਼ਾਮਪਲ ਜਿਵੇਂ ਗੱਲ ਆ ਹੁਣ ਬਾਕੀ ਸਾਰੇ ਪ੍ਰੋਵਿੰਸਾਂ ਦੀ ਹੋ ਰਹੀ ਹੈ ECA ਨੂੰ ਲੈ ਕੇ। ਸੋ ਜੇ ਮੰਨ ਲਓ ਤੁਸੀਂ ਓਨਟਾਰੀਓ ਦੇ ਨਾਰਥ ਵੈਸਟ, ਨਾਰਥ ਈਸਟ, ਮਕੋਕਾ, ਓਟਵਾ, ਆਹ ਸਾਰੇ ਟੋਰਾਂਟੋ ਰੀਜਨ 'ਚ ਕੰਮ ਕਰਦੇ ਪਏ, ਤਾਂ ਆਹ ਮਿਨੀਮਮ ਵੇਜ ਹੋਊਗੀ $17.60 ਨੂੰ ਘੱਟੋ ਘੱਟ ਮਿਲਣਗੇ। ਪਰ ਇਹਦੇ ਤੋਂ ਵੱਧ ਤੁਹਾਡੀ ਵੇਜ ਹੋਣੀ ਚਾਹੀਦੀ ਹੈ। ਸੋ ਤੁਹਾਡੀ ਪੋਜੀਸ਼ਨ ਦੇ ਹਿਸਾਬ ਨਾਲ ਤੁਹਾਨੂੰ ਕੋਲ $22 ਘੱਟੋ ਘੱਟ ਮਿਲਦੇ ਹੋਣ, ਮੀਡੀਅਨ ਵੇਜ ਤੁਹਾਡੇ ਕੋਲ ਹੋਵੇ। ਬਿਕੋਜ਼ ਜਦੋਂ ਤੱਕ ਤੁਹਾਡੇ ਤੋਂ 20 ਤੋਂ ਉੱਪਰ ਡਾਲਰ ਨਹੀਂ ਹੈਗਾ ਤੁਹਾਨੂੰ ਪੁਆਇੰਟ ਨਹੀਂ ਮਿਲਣੇ ਉਹਦੇ। ਸੋ ਘੱਟੋ ਘੱਟ ਤੁਹਾਡੇ 20 ਤੋਂ ਉੱਪਰ ਪੇ ਹੋਣੀ ਚਾਹੀਦੀ ਹੈ, ਠੀਕ ਹੈ। ਮੀਡੀਅਨ ਵੇਜ ਫੋਰ ECA ਇਨ ਟੋਰਾਂਟੋ ਇਜ਼ $22। ਹੁਣ ਜੇ ਆਪਾਂ ਓਟਵਾ ਵਗ ਜੀ, ਉਹ $23.08 ਆ। ਨਾਰਥ ਈਸਟ, ਨਾਰਥ ਵੈਸਟ ਦੇ ਵਿੱਚ $23.15 ਆ। ਨਾਰਥ ਵੈਸਟ ਦੇ ਵਿੱਚ $24 ਆ। ਲੰਡਨ ਦੇ ਵਿੱਚ $22 ਆ। ਹੈਮਿਲਟਨ ਦੇ ਵਿੱਚ $23 ਆ। ਕਿੰਗਸਟਨ ਦੇ ਵਿੱਚ $23 ਆ। ਕਿਸ਼ਨਰ ਦੇ ਵਿੱਚ $20 ਆ। ਸੋ ਉਸ ਹਿਸਾਬ ਨਾਲ ਤੁਹਾਡੀ ਵੇਜ ਹੋਣੀ ਚਾਹੀਦੀ ਹੈ, ਪੋਜੀਸ਼ਨ ਜਿਹੜੀ ਵੀ ਟਾਰਗੇਟ ਕਰਦੇ ਪਏ ਹੋ, ਠੀਕ ਹੈ। ਨੈਕਸਟ ਮੂਵਿੰਗ ਫਾਰਵਰਡ, ਐਂਟਰ ਦਾ ਆਕੂਪੇਸ਼ਨ ਟਾਈਟਲ ਇਹਦੇ ਵਿੱਚ ਭਰ ਕੇ ਆਪਾਂ ਦੇਖ ਸਕਦੇ ਹਾਂ ਨਾ, ਜੋ ਇਹਨਾਂ ਨੇ ਦੱਸਿਆ ਤੁਹਾਨੂੰ ਮੈਂ ਚਾਰਟ ਦੱਸਤਾ ਕਰਕੇ। ਇਫ ਯੂ ਆਰ ਆਲਰੇਡੀ ਵਰਕਿੰਗ ਇਨ ਦਾ ਪੋਜੀਸ਼ਨ, the wage of the job offer must be or equal to the wage level that the employer currently pays you that position. So again, wage. In addition to meeting or exceeding low wage level. Okay. If the wage of the employment, ये रात को अपनी discussion होगी already, ठीक है। Then if you are paid an annual salary, ਤੁਹਾਨੂੰ ਭਾਈ ਸਾਲ ਦਾ ਇਕੱਠਾ ਪੈਕੇਜ ਮਿਲਿਆ ਹੈ, ਮੰਨ ਲਓ ਵੀ 60,000 70,000 $80,000 ਦਾ, ਉਹਦੇ ਵਿੱਚ your hourly wage can be calculated as following। ਤਾਂ ਫਿਰ ਤੁਹਾਡੀ ਵੇਜ ਕਿਵੇਂ ਕੈਲਕੂਲੇਟ ਕੀਤੀ ਜਾਊਗੀ? ਬਹੁਤ ਘੱਟ ਲੋਕਾਂ ਨੂੰ ਪੈਕੇਜ ਮਿਲਦਾ, ਬਟ ਪਰਮਾਤਮਾ ਕਰੇ ਸਾਰਿਆਂ ਨੂੰ ਮਿਲੇ। ਕੋਈ ਵੀ ਬੋਨਸ ਹੋਣਗੇ ਉਹਨਾਂ ਨੂੰ ਕੱਟ ਕੇ ਕੋਈ ਵੀ ਹੋਰ ਬੈਨੀਫਿਟ ਮਿਲਦੇ ਪਏ ਆ,
ਉਹਨਾਂ ਨੂੰ ਕੱਟ ਕੇ ਫਿਰ ਤੁਹਾਡੀ ਸੈਲਰੀ ਡਿਵਾਈਡ ਹੋਊਗੀ। ਤੇ ਬਾਅਦ ਜਿਹੜੀ ਤੁਹਾਡੀ ਸੈਲਰੀ ਆ ਉਹਨੂੰ 52 ਹਿੱਸਿਆਂ ਦੇ ਵਿੱਚ ਡਿਵਾਈਡ ਕਰਨਗੇ। ਤੇ ਉਸ ਹਿਸਾਬ ਨਾਲ ਫਿਰ ਜਿੰਨੇ 30 ਘੰਟੇ ਦੇ ਜਿੰਨੇ ਵੀ ਪੈਸੇ ਬਚੇ ਹੈ ਨਾ 52 ਘੰਟੇ ਦੇ ਡਿਵਾਈਡ ਕਰਕੇ ਪਰ ਹਫ਼ਤੇ ਦੇ ਕਿੰਨੇ ਬਣਦੇ ਪਏ ਉਸ ਹਿਸਾਬ ਦੇ ਨਾਲ ਤੁਹਾਨੂੰ ਦੇਖਣਗੇ ਕਿ ਹਾਂਜੀ 30 ਘੰਟੇ ਨੂੰ ਉਸ ਅਮਾਊਂਟ ਦੇ ਨਾਲ ਡਿਵਾਈਡ ਕਰਕੇ ਤੁਹਾਨੂੰ ਪਰ ਹਫ਼ਤੇ ਕਿੰਨੇ ਪੈਸੇ ਬਣ ਰਹੇ ਸੀ, ਉਸ ਹਿਸਾਬ ਨਾਲ ਤੁਹਾਡੀ ਵੇਜ ਡਿਸਾਈਡ ਹੋਊਗੀ। ਅਗੇਨ ਇਹਨਾਂ ਨੇ ਆਹੀ ਚੀਜ਼ ਇੱਥੇ ਲਿਖੀ ਹੋਈ ਆ, ਪੋਜੀਸ਼ਨ ਇਜ਼ ਕਰੰਟਲੀ ਨੈਸੈਸਰੀ ਟੂ ਦ ਬਿਜ਼ਨਸ। ਸੋ ਬੰਦੇ ਨੂੰ ਬਿਜ਼ਨਸ ਨੂੰ ਤੁਹਾਡੀ ਲੋੜ ਹੋਵੇ, ਓਬਵੀਅਸਲੀ ਲੋੜ ਦਿਖਾਉਣੀ ਪੈਣੀ ਉਹਨਾਂ ਨੂੰ। ਤੇ ਵਰਕ ਬੇਸਡ ਇਨ ਓਨਟਾਰੀਓ ਦੇ ਵਿੱਚ ਤੁਹਾਡਾ ਜੋਬ ਆਫਰ ਹੋਣਾ ਚਾਹੀਦਾ। ਤੇ ਐਪਲੀਕੈਂਟ ਦੀ ਰਿਕੁਆਇਰਮੈਂਟ ਕੀ ਆ, ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ, ਠੀਕ ਹੈ। ਤੇ ਐਜੂਕੇਸ਼ਨ ਇਹਨਾਂ ਨੇ ਮੇਰੇ ਹਿਸਾਬ ਨਾਲ PNP ਦੀ ਉਹ ਕਰਤਾ ਸੀਗਾ, ਇੰਪਲੋਇਰ ਪੋਰਟਲ ਬਣਾਦੇ ਹੋ। ਤੁਹਾਡਾ ਇੰਪਲੋਇਰ ਨਹੀਂ ਤੁਹਾਡੇ ਲਈ EOI ਕ੍ਰੀਏਟ ਕਰਨੀ ਤੁਸੀਂ ਕਰ ਨਹੀਂ ਸਕਦੇ ਖੁਦ, ਬਿਕੋਜ਼ ਇੰਪਲੋਇਰ ਪੋਰਟਲ ਬਣ ਚੁੱਕਾ, ਠੀਕ ਹੈ। ਫਿਰ ਐਜੂਕੇਸ਼ਨ ਲਈ ਤੁਸੀਂ ਐਲੀਜੀਬਲ ਕੈਨੇਡੀਅਨ ਇੰਸਟੀਚਿਊਟ ਤੋਂ ਪੜ੍ਹਾਈ ਕੀਤੀ ਹੋਵੇ, ਜਿਹੜੇ ਸਾਰੇ ਕਹਿੰਦੇ ਕਿ ਤੁਹਾਡੇ ਕੋਲ ਲਿਸਟ ਆ ਰਹੀ। ਐਲਗੋਂਕਨ ਕਾਲਜ ਕੁਆਲੀਫਾਈ ਕਰਦਾ, ਕੈਂਬਰੀਅਨ, ਕੈਨਾਡੋਰ, ਸੈਂਟੇਨੀਅਲ ਕਾਲਜ, ਬੁਰੀਅਲ, ਕੌਨਸਟੋਗਾ, ਕੌਨਫੈਡਰੇਸ਼ਨ ਕਾਲਜ ਆਫ ਅਪਲਾਈਡ ਆਰਟਸ, ਦੁਰਮ ਕਾਲਜ, ਫੈਨਸ਼ਾ ਕਾਲਜ, ਫਲੈਮਿੰਗ ਕਾਲਜ, ਜॉर्ज ब्राउन, जॉर्जियन, हम्बर, लसाइट, लैम्पटन, लॉयलिस्ट, मिशनर, मोहाक, नायगरा, जोर कहने लगे, नॉर्दर्न कॉलेज, रॉयल मिलिट्री कॉलेज, सॉल्ट कॉलेज, सैनिका, शैरडन, सेंट क्लेयर, सेंट लॉरेंस, आ सारे कॉलेज क्वालीफाई करते हैं। यूनिवर्सिटी अल्गोमा, ब्रुक, कार्टन, लेकवुड, आ सारी यूनिवर्सिटियाँ क्वालीफाई कर दी, ठीक है। सो इंडिजिनस वाले भी करते हैं तो एलिजिबल कनेडियन इंस्टीट्यूट आ सारे ਜਿਹੜੇ ਹੋਰ ਪ੍ਰੋਵਿੰਸ ਵਾਲੇ ਆ ਵੀ ਕੁਆਲੀਫਾਈ ਕਰਦੇ ਆ, ਓਕੇ ਠੀਕ ਹੈ। ਤੇ ਹੁਣ ਆਪਾਂ ਵਾਪਸ ਆ ਜੀ ਆਪਣੇ ਪੇਜ ਤੇ। ਸੋ ਕੈਂਡੀਡੇਟ ਦੀ ਰਿਕੁਆਇਰਮੈਂਟ 'ਚ ਇਹਨਾਂ ਕਾਲਜਾਂ ਤੁਹਾਡੀ ਪੜ੍ਹਾਈ ਕੀਤੀ ਹੋਵੇ, ਭਾਵੇਂ ਸਾਲ ਦਾ ਪ੍ਰੋਗਰਾਮ ਭਾਵੇਂ 2 ਸਾਲ ਦਾ, ਠੀਕ ਹੈ। ਕਿੱਥੇ ਗਈ ਐਜੂਕੇਸ਼ਨ, ਯੈਸ ਅੰਡਰ ਗ੍ਰੈਡ ਡਿਪਲੋਮਾ ਜਾਂ ਡਿਗਰੀ ਹੋਵੇ ਤੁਹਾਡੇ ਕੋਲ, ਨਹੀਂ ਸੌਰੀ ਮਾਈ ਬੈਡ, ਮੈਂ ਤਾਂ ਗਲਤੀ ਹੋਈ, 2 ਸਾਲ ਦਾ ਘੱਟੋ ਘੱਟ ਪ੍ਰੋਗਰਾਮ ਹੋਣਾ ਚਾਹੀਦਾ, ਸਾਲ ਦਾ ਨਹੀਂ, ਮੈਂ ਸਾਲ ਕਹਿਤਾ ਸੀ, ਆਮ ਸੌਰੀ। A graduate degree or diploma that at least 1 year if pursued on full-time basis. So थोड़ा 1 साल ਦਾ graduate diploma ਚੱਲ ਜਾਊਗਾ। I was not wrong. Okay. So graduate degree and diploma that takes at least 1 year if pursued on full-time basis. So 1 ਸਾਲ ਦਾ ਤੁਹਾਡੇ ਕੋਲ graduate diploma degree ਹੈਗਾ, that will qualify to same college ਯੂਨੀਵਰਸਿਟੀਆਂ ਦੇ ਵਿੱਚ। ਤੇ undergrad ਹੈਗਾ ਤਾਂ ਜੇ graduate ਆ ਤਾਂ 1 ਸਾਲ ਦਾ, ਜੇ ਅੰਡਰਗ੍ਰੈਡ ਆ ਤਾਂ 2 ਸਾਲ ਦਾ, ਠੀਕ ਹੈ। ਤੇ ਕਾਲਜ ਸਰਟੀਫਿਕੇਟ ਆ that takes at least 1 year to complete। ਕਾਲਜ ਦਾ ਸਰਟੀਫਿਕੇਟ ਵਾਲਾ ਪ੍ਰੋਗਰਾਮ ਆ 1 ਸਾਲ ਚੱਲ ਜੂਗਾ। ਯੂਨੀਵਰਸਿਟੀ ਗ੍ਰੈਜੂਏਟ ਸਰਟੀਫਿਕੇਟ that takes 1 year to complete, ਜੇ ਫੁੱਲ ਟਾਈਮ ਪਰਸਿਊ ਕੀਤਾ ਤਾਂ ਯੈਸ ਉਹ ਵੀ ਚੱਲ ਜੂਗਾ, ਠੀਕ ਹੈ। ਓਕੇ, ਉਹਦੇ ਬਾਅਦ ਚੋਂ you must provide the half of the requirement necessary to obtain credential or obtain living and studying in Canada। ਸੋ ਜਿਹੜੀ ਵੀ ਪੜ੍ਹਾਈ ਹੈ ਤੁਹਾਡੀ ਉਹ ਘੱਟੋ ਘੱਟ ਹਾਫਲੀ ਕੈਨੇਡਾ ਦੇ ਵਿੱਚ ਕੀਤੀ ਹੋਵੇ, ਠੀਕ ਹੈ। Not all college certificates are considered graduate certificate program to determine whether you are okay। ਸੋ ਕਾਲਜ ਦੀ ਲਿਸਟ ਤੁਹਾਨੂੰ ਚੈੱਕ ਕਰਨੀ ਪੈਣੀ ਹੈ ਜਦੋਂ ਤੁਸੀਂ ਕੁਆਲੀਫਾਈ ਕਰੋ, ਜਿਹੜੀ ਇਹਨਾਂ ਨੇ ਆਪਾਂ ਲਿਸਟ ਦਿੱਤੀ ਸੀ। ਯੂਨੀਵਰਸਿਟੀ ਡਿਗਰੀ, ਕਾਲਜ ਸਰਟੀਫਿਕੇਟ, ਡਿਪਲੋਮਾ ਜਿਹੜੇ ਕੁਆਲੀਫਾਈ ਕਰਦੇ ਆ, ਤੇ ਵੈਲਿਡ ਲਾਇਸੈਂਸ ਔਰ ਅਦਰ ਆਥੋਰਾਈਜੇਸ਼ਨ ਇਫ ਯੂਰ ਜੋਬ ਆਫਰ। ਜੇ ਤੁਹਾਡੇ ਕਿਸੇ ਵੀ ਜੋਬ ਲਈ ਤੁਹਾਨੂੰ ਕੋਈ ਲਾਇਸੈਂਸ ਚਾਹੀਦਾ ਵਾ, ਕੋਈ ਵੀ ਸਰਟੀਫਿਕੇਟ ਚਾਹੀਦਾ, ਉਹ ਤੁਹਾਡੇ ਕੋਲ ਹੋਣਾ ਚਾਹੀਦਾ ਟੂ ਪਰਫਾਰਮ ਦੈਟ ਜੋਬ, ਸਿੰਪਲ। ਇੰਟੈਂਸ਼ਨ ਟੂ ਲਿਵ ਇਨ ਓਨਟਾਰੀਓ, ਤੁਹਾਡਾ ਓਨਟਾਰੀਓ 'ਚ ਵਸਣ ਦਾ ਪਲਾਨ ਹੋਣਾ ਚਾਹੀਦਾ, ਫਿਰ ਹੀ ਲਾਈਕ ਜੇ ਆਪਾਂ ਓਨਟਾਰੀਓ ਦਾ PNP ਪ੍ਰੋਗਰਾਮ ਟਾਰਗੇਟ ਕਰਦੇ ਪਏ ਫਿਰ ਆਪਾਂ ਨੂੰ ਆਹ ਚੀਜ਼ ਦੀ ਰਿਕੁਆਇਰਡ ਓਬਵੀਅਸਲੀ ਹੈਗੀ ਆ। ਲੀਗਲ ਸਟੇਟਸ ਇਨ ਕੈਨੇਡਾ, ਇਹਦੇ ਵਿੱਚ ਤੁਹਾਡਾ ਕੈਨੇਡਾ ਦਾ ਸਟੇਟਸ ਵਿਜ਼ਟਰ, ਸਟੱਡੀ ਪਰਮਿਟ, ਵਰਕ ਪਰਮਿਟ ਚੱਲ ਜਾਏਗਾ, ਠੀਕ ਹੈ। ਵਿਜ਼ਟਰ ਵਾਲੇ ਬੰਦੇ ਨੂੰ ਜੋਬ ਨਹੀਂ ਮਿਲਦੀ, ਜਸਟ ਟੂ ਬੀ ਕਲੀਅਰ। ਸੋ ਸਟੱਡੀ ਜਾਂ ਵਰਕ ਪਰਮਿਟ ਤੁਹਾਡੇ ਕੋਲ ਹੋਣਾ ਚਾਹੀਦਾ ਟੂ ਕੁਆਲੀਫਾਈ ਫॉर ਦਿਸ ਪ੍ਰੋਗਰਾਮ, ਠੀਕ ਹੈ। ਜੇ ਤੁਸੀਂ ਹੁਣ ਮੰਨ ਲਓ PWP ਖਤਮ ਹੋ ਗਿਆ, ਉਦੋਂ ਬਾਅਦ ਤੁਸੀਂ ਸਟੱਡੀ ਪਰਮਿਟ 'ਤੇ ਚਲੇ ਜਾਂਦੇ ਹੋ ਅਤੇ ਸਟਿਲ ਜੇ ਤੁਸੀਂ ਜੋਬ ਆਫਰ ਲੈ ਲੈਂਦੇ ਹੋ, ਤੁਹਾਡੇ ਪੁਰਾਣੇ ਸਟੱਡੀ ਵਾਲੇ ਟਾਈਮ ਦਾ ਜਿਹੜਾ ਕੀਤਾ ਤੁਸੀਂ ਪੜ੍ਹਾਈ 2 ਸਾਲ ਦੀ, ਉਹ ਕੁਆਲੀਫਾਈ ਕਰੂਗੀ ਅਤੇ ਜੋਬ ਆਫਰ ਦੇ ਨਾਲ ਤੁਸੀਂ ਫਾਈਲ ਪਾ ਸਕਦੇ ਹੋ ਵਾਈਲ ਤੁਸੀਂ ਕੈਨੇਡਾ ਸਟੱਡੀ ਪਰਮਿਟ 'ਤੇ ਹੋ। ਮੈਂ ਰੈਕਮੈਂਡ ਨਹੀਂ ਕਰੂੰਗਾ ਬਟ ਦਿਸ ਇਜ਼ ਅ ਪੋਸੀਬਿਲਿਟੀ, ਠੀਕ ਹੈ। ਐਟ ਦਾ ਟਾਈਮ ਯੂ ਅਪਲਾਈ ਯੂ ਸ਼ੁਡ ਮੇਨਟੇਨ ਲੀਗਲ ਸਟੇਟਸ। ਸੋ ਜੇ ਮੰਨ ਲਓ ਜੇ ਕਿਸੇ ਨੇ PWP ਅਪਲਾਈ ਕੀਤਾ, ਤੁਹਾਨੂੰ ਜੋਬ ਆਫਰ ਮਿਲ ਜਾਂਦਾ ਆਵਲਾ, ਤੁਸੀਂ ਰਾਈਟ 'ਤੇ ਐਪਲੀਕੇਸ਼ਨ ਪਾ ਸਕਦੇ ਹੋ, ਤੁਹਾਨੂੰ ਵਰਕ ਮਿਟਾਉਣ ਦੀ ਵੇਟ ਨਹੀਂ ਕਰਨੀ ਪੈਣੀ, ਸਿੰਪਲ ਮੇਨਟੇਨ ਸਟੇਟਸ ਹੁੰਦਾ ਤੁਹਾਡਾ ਉਹ, ਓਕੇ। application period, you submit your application within 2 years of completing। ਸੋ ਤੁਹਾਡੀ ਪੜ੍ਹਾਈ ਖਤਮ ਹੋਣ ਤੋਂ 2 ਸਾਲਾਂ ਦੇ ਵਿੱਚ ਤੁਸੀਂ
ਆ ਪ੍ਰੋਗਰਾਮ ਦੇ ਵਿੱਚ ਅਪਲਾਈ ਕਰਨਾ, ਜੋਬ ਆਫਰ ਲੈ ਕੇ, ਜਦੋਂ ਤੁਹਾਨੂੰ ਗ੍ਰੈਜੂਏਟ ਹੋਇਆ ਨੂੰ 2 ਸਾਲ ਤੋਂ ਵੱਧ ਹੋ ਗਏ ਆ, ਫਿਰ ਤੁਸੀਂ ਐਲੀਜੀਬਲ ਨਹੀਂ ਹੋ। ਤੁਹਾਡੀ ਜਦੋਂ ਗ੍ਰੈਜੂਏਸ਼ਨ ਹੋਗੀ ਉਹਦੇ ਵਿਦਨ 2 ਸਾਲਾਂ ਦੇ ਵਿੱਚ ਤੁਹਾਡੇ ਕੋਲ ਟਾਈਮ ਫਰੇਮ ਹੈਗਾ ਟੂ ਕੁਆਲੀਫਾਈ ਫॉर ਦਿਸ ਪ੍ਰੋਗਰਾਮ। ਇੰਪਲੋਇਰ ਦੀ ਰਿਕੁਆਇਰਮੈਂਟ, ਹੁਣ ਆਪਾਂ ਇੰਪਲੋਇਰ ਤੇ ਆ ਗਏ, ਠੀਕ ਹੈ। ਤੁਹਾਡੀ ਰਿਕੁਆਇਰਮੈਂਟ ਕਲੀਅਰ ਹੋ ਗਈਆਂ। ਹੁਣ ਗੱਲ ਕਰਦੇ ਹਾਂ ਇੰਪਲੋਇਰ ਦੀ ਕੀ ਰਿਕੁਆਇਰਮੈਂਟ ਆ। ਉਹ ਇੰਪਲੋਇਰ ਨੇ ਤੁਹਾਨੂੰ ਜੋਬ ਆਫਰ ਦੇਣਾ ਟੂ ਕੁਆਲੀਫਾਈ ਅੰਡਰ ਏ ਇੰਪਲੋਇਰ ਜੋਬ ਆਫਰ ਇੰਟਰਨੈਸ਼ਨਲ, ਯੂ ਇੰਪਲੋਇਰ ਮਸਟ। ਸੋ ਮੈਂ ਤੁਹਾਨੂੰ ਮੋਟਾ ਦੱਸ ਦਿੰਦਾ, ਤੁਹਾਨੂੰ ਇੱਥੇ ਵੀ ਗੋ ਥਰੂ ਕਰਾ ਦੂੰਗਾ। ਤੁਹਾਡੇ ਇੰਪਲੋਇਰ ਦਾ ਬਿਜ਼ਨਸ 3 ਸਾਲ ਪੁਰਾਣਾ ਹੋਣਾ ਚਾਹੀਦਾ ਵਰਕਿੰਗ ਓਨਟਾਰੀਓ ਦੇ ਵਿੱਚ। ਜੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੈਗਾ, ਉਹਦੇ ਕੋਲੇ 5 PR ਜਾਂ ਭਾਈ ਸਿਟੀਜ਼ਨ ਬੰਦੇ ਕੰਮ ਕਰਦੇ ਹੋਣ। GTA ਦੇ ਵਿੱਚ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਉਹਦਾ ਸਾਲ ਦਾ ਰੈਵਨਿਊ ਪਿਛਲੇ ਦਾ ਘੱਟੋ ਘੱਟ $1 ਮਿਲੀਅਨ ਹੋਵੇ, ਠੀਕ ਹੈ। ਸੋ $1 ਮਿਲੀਅਨ, 3 ਸਾਲ ਪੁਰਾਣਾ ਬਿਜ਼ਨਸ, 5 PR ਸਿਟੀਜ਼ਨ ਇੰਪਲੋਈਜ਼। ਜੇ ਆਊਟਸਾਈਡ GTA ਹੈਗਾ, ਆਊਟਸਾਈਡ GTA ਤੁਹਾਨੂੰ ਵੱਧ ਪੁਆਇੰਟ ਮਿਲਦੇ ਆ। ਆਊਟਸਾਈਡ GTA ਦੇ ਵਿੱਚ ਉਹਨੂੰ ਫਾਈਨੈਂਸ਼ੀਅਲ ਦੀ ਰਿਕੁਆਇਰਮੈਂਟ ਰਹਿ ਜਾਂਦੀ ਆ $1 ਮਿਲੀਅਨ ਪਿਛਲੇ ਸਾਲ ਐਨੂਅਲ ਇਨਕਮ ਤੋਂ 5 ਲੱਖ ਤੇ। ਜੇ ਆਊਟਸਾਈਡ GTA ਆ, ਉਹਨੂੰ ਭਾਈ 5 ਇੰਪਲੋਈਜ਼ ਦੀ ਜਗ੍ਹਾ 3 ਇੰਪਲੋਈਜ਼ ਚਾਹੀਦੇ ਆ PRA ਸਿਟੀਜ਼ਨ। ਉਸ ਤੋਂ ਇਲਾਵਾ ਬਿਜ਼ਨਸ 3 ਸਾਲ ਪੁਰਾਣਾ ਹੀ ਹੋਣਾ ਚਾਹੀਦਾ, ਉਹ 'ਚ ਕੋਈ ਕੰਪਰੋਮਾਈਜ਼ ਨਹੀਂ, ਠੀਕ ਹੈ। ਹੁਣ ਸੇਮ ਚੀਜ਼ ਉੱਥੇ ਤੁਹਾਨੂੰ ਵੈਰੀਫਾਈ ਕਰਵਾ ਦੇਣਾ, 3 ਸਾਲ ਪੁਰਾਣਾ ਬਿਜ਼ਨਸ ਹੋਵੇ, ਠੀਕ ਹੈ, ਤੇ ਓਨਟਾਰੀਓ ਦੇ ਵਿੱਚ ਹੋਵੇ। ਕੋਈ ਵੀ ਉਹਨਾਂ ਦੇ ਅਗੇਂਸਟ ਕੋਰਟ ਵਾਲਾ ਰੌਲਾ ਨਾ ਚੱਲਦਾ ਹੋਵੇ, ਇੰਪਲੋਇਮੈਂਟ ਓਨਟਾਰੀਓ ਸਟੈਂਡਰਡਸ ਅਗੇਂਸਟ। ਸੋ ਸਰਕਾਰ ਨੇ ਜਿੱਥੇ ਉਹਨਾਂ ਨੂੰ ਕਿਸੇ ਨਾਲ ਧੱਕਾ ਕਰਨ ਦੇ ਵਿੱਚ ਕਿਸੇ ਦੀ ਪੇ ਮਾਰੀ ਹੋਵੇ, ਕੋਰਟ 'ਚ ਆ ਕੇ ਉਹ ਜੀ ਹਾਰੇ ਹੋਣ, ਉਹਨਾਂ ਦੇ ਰੈਕਡ 'ਤੇ ਬੋਲਦੀ ਹੋਵੇ, ਉਹ ਚੀਜ਼ਾਂ ਨਾ ਹੋਣ, ਦੈਨ ਯੂ ਕੈਨ ਕੁਆਲੀਫਾਈ। ਰੈਵਨਿਊ $1 ਮਿਲੀਅਨ ਜੇ ਉਹ ਹੈਗੇ ਆ GTA ਦੇ ਵਿੱਚ, ਟੋਰਾਂਟੋ, ਦੁਰਹਮ, ਹਾਲਟਨ, ਯਾਰਕ, ਪੀਲ ਰੀਜਨਸ ਦੇ ਵਿੱਚ 5 ਲੱਖ ਚਾਹੀਦੇ ਆ ਜੇ ਉਹ ਹੈਗੇ ਆ ਆਊਟਸਾਈਡ GTA, ਤੁਹਾਨੂੰ ਪਹਿਲਾਂ ਦੱਸਿਆ ਸੀ, ਠੀਕ ਹੈ। ਮੀਨਿੰਗ ਟੂ ਰਿਪੋਰਟ ਟੂ ਵਰਕ ਇਨ ਕੇਸ ਵੇਅਰ ਦਾ ਐਪਲੀਕੈਂਟ ਵਿਲ ਵਰਕ ਐਟ ਮੋਰ ਦੈਨ, ਜੇ ਤੁਹਾਡੇ ਇੰਪਲੋਇਰ ਦੇ ਕੋਲ ਮਲਟੀਪਲ ਲੋਕੇਸ਼ਨਸ ਹੈਗੇ ਆ, ਫੋਰ ਐਗਜ਼ਾਮਪਲ ਤੁਹਾਡੇ ਇੰਪਲੋਇਰ ਦੇ 3-4 ਦਫ਼ਤਰ ਹੈਗੇ ਆ, ਠੀਕ ਹੈ, ਆਊਟਸਾਈਡ GTA ਕੰਮ ਕਰਦੇ ਪਏ ਹੋ, ਸੇਮ ਸਿਟੀ 4-5 ਆਫਿਸ ਹੈਗੇ ਆ, ਤਾਂ ਉਹਦੇ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਬਟ ਉਹਦੇ ਲਈ ਓਨਟਾਰੀਓ ਦੇ ਵਿੱਚ ਲੋਕੇਸ਼ਨ ਹੋਵੇ ਤੇ ਦਾ ਲੋਕੇਸ਼ਨ ਵੇਅਰ ਦਾ ਐਪਲੀਕੈਂਟ ਇਮੀਡੀਏਟ ਸੁਪਰਵਾਈਜ਼ਰ ਤੇ ਮੈਨੇਜਰ ਵਰਕ। ਸੋ ਉਹ ਲੋਕੇਸ਼ਨ ਪਾਉਣੀ ਆਪਾਂ ਜਿੱਥੇ ਆਪਣਾ ਮੈਨੇਜਰ ਸੁਪਰਵਾਈਜ਼ਰ ਕੰਮ ਕਰਦਾ ਹੋਵੇ। ਦਾ ਲੋਕੇਸ਼ਨ ਆਫ ਐਡਮਿਨਿਸਟ੍ਰੇਟਿਵ ਆਫਿਸ ਵੇਅਰ ਦਾ ਐਪਲੀਕੈਂਟ ਵਿਲ ਰਿਸੀਵ ਵਰਕ ਅਸਾਈਨਮੈਂਟ। ਸੋ ਉਹ ਲੋਕੇਸ਼ਨ ਆਪਾਂ ਐਪਲੀਕੇਸ਼ਨ 'ਚ ਪਾਵਾਂਗੇ ਜਿੱਥੋਂ ਆਪਾਂ ਨੂੰ ਕੰਮ ਕੀ ਕਰਨਾ ਆਰਡਰ ਮਿਲਦੇ ਹੋਣ, ਜਿੱਥੇ ਆਪਣੇ ਮੇਨ ਮੈਨੇਜਰ ਸੁਪਰਵਾਈਜ਼ਰ ਬੈਠਦੇ ਹੋਣ, ਠੀਕ ਹੈ, ਐਡਮਿਨਿਸਟ੍ਰੇਟਿਵ ਆਫਿਸ। ਫੁੱਲ ਟਾਈਮ ਇੰਪਲੋਇਮੈਂਟ ਰਿਕੁਆਇਰਮੈਂਟ ਆ, ਠੀਕ ਹੈ, your employer full time employee requirement, sorry। ਸੋ ਜੇ ਤਾਂ GTA ਦੇ ਵਿੱਚ ਆ ਉਹਨੂੰ 5 ਚਾਹੀਦੇ ਆ PR ਸਿਟੀਜ਼ਨ ਬੰਦੇ, ਜੇ ਆਊਟਸਾਈਡ GTA ਆ ਉਹਨੂੰ 3 PR ਸਿਟੀਜ਼ਨ ਬੰਦੇ ਚਾਹੀਦੇ, ਠੀਕ ਹੈ। ਮੀਨਿੰਗ ਆਫ ਫੁੱਲ ਟਾਈਮ ਇੰਪਲੋਈਜ਼ ਹੋਣੇ ਚਾਹੀਦੇ ਆ ਵੀ ਉਹਨਾਂ ਨੂੰ ਘੱਟੋ ਘੱਟ 30 ਘੰਟੇ ਹਰ ਹਫ਼ਤੇ ਮਿਲਦੇ ਹੋਣ। ਇੰਪਲੋਈਜ਼ ਜਿਹੜੇ ਉਸੇ ਲੋਕੇਸ਼ਨ 'ਤੇ ਕੰਮ ਕਰਦੇ ਹੋਣ, ਤੇ ਜਿਵੇਂ ਜਾਂ ਫਿਰ ਜੇ ਮਲਟੀਪਲ ਆਫਿਸ ਹੈਗੇ ਤਾਂ ਸੇਮ ਤੁਹਾਡੇ ਆਫਿਸ ਜਿੱਥੇ ਤੁਸੀਂ ਰਿਪੋਰਟ ਕਰਨਾ ਉੱਥੇ ਰਿਪੋਰਟ ਕਰਦੇ ਹੋਣ, ਦੈਟ ਇਜ਼ ਦ ਰਿਕੁਆਇਰਮੈਂਟ, ਠੀਕ ਹੈ। ਐਪਲੀਕੇਸ਼ਨ ਫੋਰ ਦੀ ਅਪਰੂਵਲ ਆਫ ਐਨ ਇੰਪਲੋਇਮੈਂਟ ਪੋਜੀਸ਼ਨ, ਉਹਦੇ ਬਾਅਦ ਯੂਰ ਇੰਪਲੋਇਰ ਮਸਟ ਸਬਮਿਟ ਐਪਲੀਕੇਸ਼ਨ ਫੋਰ ਦੀ ਅਪਰੂਵਲ ਆਫ ਇੰਪਲੋਇਮੈਂਟ ਪੋਜੀਸ਼ਨ। ਟੂ ਡੂ ਦਿਸ ਫਸਟ ਰਜਿਸਟਰ ਸੋ ਇੰਪਲੋਇਰ ਪੋਰਟਲ ਤੋਂ ਉਹਨਾਂ ਨੇ ਭਾਈ ਤੁਹਾਡੇ ਲਈ ਇੱਕ ਜੋਬ ਆਫਰ ਪਾਉਣਾ ਪੈਣਾ, ਠੀਕ ਹੈ। ਇੰਪਲੋਇਮੈਂਟ ਪੋਜੀਸ਼ਨ ਲਈ ਅਪਰੂਵਲ ਲੈਣੀ ਪੈਣੀ ਆ, ਦੈਨ ਦੇ ਕੈਨ ਆਫਰ ਯੂ ਦੈਟ ਜੋਬ। ਉਹਨਾਂ ਨੂੰ ਸਿੰਪਲੀ ਜੋਬ ਆਫਰ ਕ੍ਰੀਏਟ ਕਰਨਾ ਪੈਣਾ ਤੁਹਾਡੇ ਲਈ, creating a job offer, ठीक है। और 14 दिन to submit the application, okay। You can register as a expression of interest भी ਤੁਹਾਡੇ employer ਨੇ create ਕਰਨਾ। ਸੋ ਸਾਰਾ ਕੰਮ ਇਹਦੇ ਵਿੱਚ ਮੇਨਲੀ employer ਦਾ ਰਹਿ ਜਾਂਦਾ। ਕੋਈ ਸਰਕਾਰ ਨੇ ਪੋਰਟਲ ਚੇਂਜ ਕਰਤਾ, ਪਹਿਲਾਂ ਹੁੰਦਾ ਸੀ ਆਪਾਂ EOI ਕ੍ਰੀਏਟ ਕਰ ਸਕਦੇ ਸੀ, ਹੁਣ employer ਨੂੰ ਪਾਵਰ ਦੇ ਦਿੱਤੀ ਹੈ ਕਿ ਉਹ ਤੁਹਾਡੀ EOI ਕ੍ਰੀਏਟ ਕਰੂਗਾ। ਪਲੀਜ਼ ਕਿਸੇ ਵੀ ਦੇਸੀ employer ਦੇ ਕੋਲੇ ਨਾ ਜਾਈਓ, ਜਿਸ ਕੋਈ ਵੀ ਟਾਰਗੇਟ ਕਰਨਾ ਉਹਨਾਂ ਨੇ ਤੁਹਾਨੂੰ ਖਾ ਜਾਣਾ, ਜੌਬ ਲੈਟਰ ਦੇਣ ਦੇ ਪੈਸੇ ਮੰਗਦੇ। ਓਕੇ, ਯੂਰ ਇੰਪਲੋਇਰ ਵਿਲ ਹੈਵ 14 ਕੈਲੰਡਰ ਡੇਜ਼ ਟੂ ਸਬਮਿਟ ਦੇਅਰ ਐਪਲੀਕੇਸ਼ਨ ਫੋਰ ਅਪਰੂਵਲ ਆਫ ਦ ਇੰਪਲੋਇਮੈਂਟ। ਸੋ ਉਹਨਾਂ ਨੇ ਐਪਲੀਕੇਸ਼ਨ ਪਾ ਕੇ ਇੰਪਲੋਇਰ ਪੋਰਟਲ 'ਤੇ ਅਪਰੂਵ ਕਰਵਾਉਣੀ ਹੈ ਕਿ ਹਾਂਜੀ ਮੈਨੂੰ ਆਹ ਪੋਜੀਸ਼ਨ 'ਤੇ ਬੰਦਾ ਚਾਹੀਦਾ, ਉਹ ਬੰਦਾ ਮਿਲ ਗਿਆ, ਆਹ ਜੋਬ ਆਫਰ ਦੇਣਾ ਇਹਨੂੰ, ਤਾਂ ਅਪਰੂਵ ਕਰਵਾਉਣਾ ਪੈਣਾ, ਫਿਰ ਤੁਹਾਨੂੰ ਦੇ ਸਕਦਾ, ਠੀਕ ਹੈ ਜੀ। ਹੁਣ ਅੱਜ ਆਪਾਂ ਸਕੋਰਿੰਗ ਫੈਕਟਰ ਦੇ ਜੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਹ ਸਾਰੇ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਕਰਨ ਦੀ, ਹਾਊ ਯੂ ਵਿਲ ਕੁਆਲੀਫਾਈ। ਸਕੋਰਿੰਗ ਫੈਕਟਰ, ਠੀਕ ਹੈ, ਜੋ ਆਪਾਂ ਇੱਥੇ ਦੇਖੇ ਸੀ ਡਰਾ ਨਿਕਲੇ ਸੀ ਆਰੇ ਕਿ 75 ਐਂਡ ਅਬਵ, 56 ਐਂਡ ਅਬਵ, 63 ਐਂਡ ਅਬਵ, 58 ਐਂਡ ਅਬਵ, 66 ਐਂਡ ਅਬਵ। ਉਹਨਾਂ ਤੁਹਾਡੇ ਬਣਨਗੇ ਕਿਵੇਂ?
एम्प्लॉयमेंट, ठीक है। सो जॉब ऑफर डिपेंड करता जे तुहाडी टीयर 0 ते 1 की जॉब आ फिर तुहानूं एक 10 पॉइंट मिलते हैं, ठीक है। टीयर 2 एंड 3 की जॉब आ तुहानूं 8 पॉइंट मिलते हैं। टीयर 4 5 की जॉब क्वालीफाई नहीं करती तो 0 पॉइंट मिलता। जॉब ऑफर नो बोर्ड यूए जॉब ऑफर ऑक्यूपेशन कैटेगरी थोड़ी हैगी है जे 0 2 एंड 3 10 पॉइंट मिलते हैं। बाकी चीज़ है जॉब ऑफर नॉक बोर्ड ऑक्यूपेशन कैटेगरी what is that one sec category occupational category 7 occupation category 1 and 9 5 point occupation category देखते हैं OENP occupation category आ गई इन डिमांड अभी जॉब ऑफर स्ट्रीम है बट एलिजिबल ऑक्यूपेशन सो नॉक कैटेगरी 4 and 5 कैटेगरी 4 and 5 हाँ ऑक्यूपेशनल कैटेगरी सो कैटेगरी लभदे हैं पावली लभांगे हिम्मत नहीं हारनी कैटेगरी अब मेरे साथ जे इन डिमांड ਦੇ ਵਿੱਚ ਕੰਮ ਕਰਦੇ ਪਏ ਆ ਉਹਦੇ ਕਰਕੇ ਆ 0 2 and 3 ਲਿਸਟ इन डिमांड ਦੇ ਵਿੱਚ ਆ ਗਈ ਸੋ ਕੀ ਕਹਿ ਰਹੇ ਆ ONP ਲਿਸਟ ਸਪੈਸਿਫਿਕ ਕੈਟੇਗਰੀ EMPLOYE ਜੌਬ ਸਟ੍ਰੀਮ ਯੂਜ਼ ਟੀਅਰ ਸਿਸਟਮ so not ordinary category numbers ONP stream there's so tier 0 1 to 3 103 occupation tier 0 ਉਹ ਯਾਦ ਤਾਂ ਮੈਨੂੰ ਵੀ ਪਤਾ ਪਰ ਉਹ ਦੱਸੋ ਵੀ occupational category ਦਾ ਕੀ ਹਿਸਾਬ ਤਾ ਆ ਰਹੀ ਬੋਰਡ occupational category ਗਵਰਨਮੈਂਟ ਆਫ ਕੈਨੇਡਾ ਦੀ ਵੈਬਸਾਈਟ ਤੇ ਸੋ ਆਹਾ ਵਾ ਸਾਰੀ ਠੀਕ ਹੈ ਮੇਕ ਸੈਂਸ ਨਾ ਸੋ ਜੌਬ ਆਫਰ ਨੌਕ ਬੋਰਡ ਦੀ ਵੈਬਸਾਈਟ ਆ ਰਹੀ NOC ਬੋਰਡ ਦੀ ਸੋ ਇਹਦੇ ਵਿੱਚ ਲਿਖਿਆ ਇਹਨਾਂ ਨੇ ਆਪਣੀ ਆਕੂਪੇਸ਼ਨ ਦੀ ਕੈਟੇਗਰੀ ਦੇ ਹਿਸਾਬ ਨਾਲ ਆਪਾਂ ਨੂੰ ਪੁਆਇੰਟ ਮਿਲਣਗੇ ਸੋ ਜੇ ਮੰਨ ਲਓ ਆਪਾਂ 0 2 and 3 ਦੀ ਕੈਟੇਗਰੀ 'ਚ ਕੰਮ ਕਰਦੇ ਪਏ ਹਾਂ ਸੋ 0 ਸੀਨੀਅਰ ਮੈਨੇਜਮੈਂਟ ਆਕੂਪੇਸ਼ਨਸ ਆ ਗਈਆਂ ਨੈਚੁਰਲ ਐਂਡ ਅਪਲਾਈਡ ਸਾਇੰਸ ਵਾਲੀ ਆ ਗਈਆਂ ਤੇ ਦੋ 'ਚ ਹੈਲਥ ਆਕੂਪੇਸ਼ਨ ਆ ਗਈਆਂ ਇਹਨਾਂ ਦੇ ਵਿੱਚ ਆਪਾਂ ਨੂੰ ਮਿਲਣਗੇ 10 ਪੁਆਇੰਟ ਐਕਸਟਰਾ ਆਕੂਪੇਸ਼ਨ ਕੈਟੇਗਰੀ 7 ਹੈਗੀ ਆਪਣੀ ट्रेड ट्रांसपोर्ट इक्विपमेंट ऑपरेटर रिलेटेड सो ये सारे अपने आप बंदे आ गए तो ये अपन मिलने 7 पॉइंट से ऑक्यूपेशन कैटेगरी 1 and 9 के 5 पॉइंट आ सो बिजनेस एंड फाइनेंस वालों के 5 पॉइंट आ तो 9 मैन्युफैक्चरिंग वालों के 5 पॉइंट आ सो पर आ जॉब हैगी टीयर 0 1 to 3 दियाँ 4 and 5 दियाँ नहीं फिर ऑक्यूपेशन कैटेगरी 4 and 8 के अपन मिलने 4 पॉइंट सो 4 आ गई अपनी ऑक्यूपेशन इन एजुकेशन लॉ सोशल कम्यूनिटी सो ECA वगैरह आ गए तो ये पॉइंट मिलेंगे 4 तो नेचुरल रिसोर्स वाले ठीक है तो ऑक्यूपेशन कैटेगरी 5 and 6 दे 3 पॉइंट सो 5 आ गए आर्ट कल्चर वाले तो 6 आ गए सेल्स वाले सो उन्होंने सिर्फ मिलेंगे 3 पॉइंट सो थोड़ी ऑक्यूपेशन कैटेगरी भी डिपेंड करती है वाह आई लर्न समथिंग टुडे नाइस सो नोक NOC बोर्ड की वैबसाइट आ इत्थे जो उन्होंने कैटेगरी डिसाइड की जो उन्होंने थोड़े को 0 2 and 3 का जॉब ऑफर है फिर तुम 10 पॉइंट मिलने तो थोड़े को 7 का वा 7 पॉइंट 1 तो 9 का वा थोड़े 5 पॉइंट 4 तो 8 का वा 4 पॉइंट 5 तो 6 का 3 पॉइंट सॉरी ठीक है फिर जो थोड़ा कहे ना तनख्वाह को लैके आ देखो जो असं लैस दैन $20 कमा रहे हो थोड़ा 0 पॉइंट मिलते हैं लैस दैन $20 कमा रहे हो थोड़ा 0 पॉइंट मिलने जे तुम 20 तो $24 कमा रहे हो फिर थोड़ा मिलने 20 तो उपर तो 25 तो घट 24.99 तो घट ना तो थोड़ा मिलेंगे 5 पॉइंट जो 25 तो 29 के कमा रहे हो 6 पॉइंट $30 तो $34 कमा रहे हो 7 पॉइंट 35 तो 39 कमा रहे हो 8 पॉइंट $40 या ऊपर कमा रहे हो 10 पॉइंट सो ऐ करके पॉइंट वाला सिस्टम है ठीक है सो पहला अपना आ गया टीयर करके फिर वो ऑक्यूपेशन कैटेगरी आ गई फिर किन्ने घंटे के पैसे मिलते पे फिर वो बाद वर्क तो स्टडी परमिट दे सो ओबीयसली वैलिड वर्क परमिट दे या वर्क स्टडी परमिट थोड़ा 10 पॉइंट मिलने है जो थोड़े को वैलिड स्टडी या वर्क परमिट है नहीं 0 पॉइंट the work and study permit must confer legal status okay confirm job tenure with the job offer requirement so 6 months or more
6 months or more working in job offer position। ਸੋ ਜੇ ਤੁਹਾਡੇ ਕੋਲੇ ਸੇਮ ਇੰਪਲੋਇਰ ਦੇ ਕੋਲ ਤੁਸੀਂ ਕੰਮ ਕਰਦੇ ਪਏ ਹੋ 6 ਮਹੀਨੇ ਤੋਂ 3 ਪੁਆਇੰਟ, ਲੈਸ ਦੈਨ 6 ਮਹੀਨੇ ਕੋਈ ਪੁਆਇੰਟ ਨਹੀਂ ਸੇਮ ਪੋਜੀਸ਼ਨ ਦੇ ਵਿੱਚ, ਠੀਕ ਹੈ। ਦ ਵਰਕ ਇਨ ਦ ਜੋਬ ਆਫਰ ਪੋਜੀਸ਼ਨ ਮਸਟ ਹੈਵ ਅਕਰਡ। ਸੋ ਸੇਮ ਜੋਬ ਆਫਰ ਦੇ ਵਿੱਚ ਫੀਲਡ ਦੇ ਵਿੱਚ ਤੁਹਾਡੇ ਕੋਲ 6 ਮਹੀਨੇ ਦਾ ਐਕਸਪੀਰੀਅੰਸ ਹੋਊਗਾ 3 ਪੁਆਇੰਟ ਮਿਲ ਜਾਣਗੇ। ਜੇ ਨਹੀਂ ਹੈਗਾ 6 ਮਹੀਨੇ ਦਾ ਐਕਸਪੀਰੀਅੰਸ 3 ਪੁਆਇੰਟ, ਜੇ ਨਹੀਂ ਹੈਗਾ ਤਾਂ 0 ਪੁਆਇੰਟ ਆ। ਤੇ ਓਨਟਾਰੀਓ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ, ਆਊਟਸਾਈਡ ਓਨਟਾਰੀਓ ਜਾਂ ਫਿਰ ਕੈਨੇਡਾ ਤੋਂ ਬਾਹਰ ਦਾ ਨਹੀਂ। ਅਰਨਿੰਗ ਹਿਸਟਰੀ, ਠੀਕ ਹੈ। ਸੋ ਪਿਛਲੇ ਸਾਲ ਦੀ ਟੈਕਸ ਰਿਟਰਨ ਦੇ ਉੱਤੇ ਜੇ ਤੁਸੀਂ $40,000 ਕਮਾਇਆ ਸੀ ਪਿਛਲੇ ਸਾਲ ਤਾਂ 3 ਪੁਆਇੰਟ, ਜੇ 40,000 ਤੋਂ ਘੱਟ ਕਮਾਇਆ ਸੀ 0 ਪੁਆਇੰਟ, ਠੀਕ ਹੈ। ਹਾਈਐਸਟ ਲੈਵਲ ਆਫ ਐਜੂਕੇਸ਼ਨ, ਜੇ PhD ਕੀਤੀ 10 ਪੁਆਇੰਟ, ਮਾਸਟਰ ਕੀਤੀ 8 ਪੁਆਇੰਟ, ਬੈਚਲਰ ਕੀਤੀ 6 ਪੁਆਇੰਟ, ਗ੍ਰੈਜੂਏਟ ਡਿਪਲੋਮਾ ਕੀਤਾ 6 ਪੁਆਇੰਟ, ਅੰਡਰ ਗ੍ਰੈਡ ਕੀਤਾ ਵਾ ਤਾਂ 5 ਪੁਆਇੰਟ, ਅਪ੍ਰੈਂਟਿਸਸ਼ਿਪ 5 ਪੁਆਇੰਟ, ਤੇ ਲੈਸ ਦੈਨ ਕਾਲਜ ਹਾਈ ਸਕੂਲ 0, ਕੁਆਲੀਫਾਈ ਨਹੀਂ ਕਰਦਾ ਉਹ ਚੀਜ਼। ਫੀਲਡ ਆਫ ਸਟੱਡੀ ਜੇ ਤੁਹਾਡੀ STEM ਤੇ ਹੈਲਥ ਹੈਗੀ ਆ 12 ਪੁਆਇੰਟ, ਜੇ ਤੁਹਾਡੀ ਬਿਜ਼ਨਸ ਰਿਲੇਟਡ ਸਟੱਡੀ ਆ 6 ਪੁਆਇੰਟ, ਸੋਸ਼ਲ ਸਰਵਿਸਿਜ਼ ਹੋ ਗਈ, ਐਜੂਕੇਸ਼ਨ ਹੋ ਗਈ, EC ਵਗੈਰਾ ਸਾਰੇ ਆ ਗਏ ਇਹਦੇ ਵਿੱਚ, ਸੋਸ਼ਲ ਵਰਕ ਵਾਲੇ ਆ ਗਏ, ਤੇ ਆਰਟ ਐਂਡ ਹਿਊਮੈਨਿਟੀਜ਼ 0 ਪੁਆਇੰਟ। ਫਿਰ ਕੈਨੇਡੀਅਨ ਐਜੂਕੇਸ਼ਨ ਐਕਸਪੀਰੀਅੰਸ ਤੇ ਸੋ ਕ੍ਰੈਡੈਂਸ਼ੀਅਲ ਮਸਟ ਬੀ ਅ ਪੋਸਟ ਸੈਕੰਡਰੀ ਐਜੂਕੇਸ਼ਨ। ਸੋ ਜੇ ਮੋਰ ਦੈਨ 1 ਐਜੂਕੇਸ਼ਨ ਕ੍ਰੈਡੈਂਸ਼ੀਅਲ ਹੈਗਾ 10 ਪੁਆਇੰਟ, 1 ਕੈਨੇਡੀਅਨ ਕ੍ਰੈਡੈਂਸ਼ੀਅਲ ਹੈਗਾ 5 ਪੁਆਇੰਟ, ਠੀਕ ਹੈ। ਤੁਹਾਡੇ ਜਿਹਨੇ ਤੁਹਾਡੇ ਕੋਲ ਵੱਧ ਸਰਟੀਫਿਕੇਟ ਪੜ੍ਹਾਈ ਦੇ। ਉਦੋਂ ਬਾਅਦ 'ਚੋਂ ਆਪਾਂ ਆ ਜਾਈਏ ਲੈਂਗੁਏਜ ਤੇ। CLB 9 ਹੋਣਗੇ ਤੁਹਾਡੇ ਕੋਲ ਜਾਂ ਫਿਰ ਬਾਅਦ 10 ਪੁਆਇੰਟ, CLB 8 ਹੈਗੇ ਆ 6 ਪੁਆਇੰਟ, CLB 7 6 ਹੈਗੇ 4 ਪੁਆਇੰਟ, CLB 6 ਤੁਹਾਡੇ ਕੋਲ ਜਾਂ ਉਹ ਤੋਂ ਘੱਟ ਆ ਤਾਂ 0 ਪੁਆਇੰਟ। ਸੋ CLB 7 6 ਘੱਟੋ ਘੱਟ ਚਾਹੀਦੇ ਤੁਹਾਨੂੰ 4 ਪੁਆਇੰਟ ਲੈਣ ਲਈ, ਉਦੋਂ ਥੱਲੇ ਤੁਹਾਨੂੰ ਕੋਈ ਪੁਆਇੰਟ ਨਹੀਂ ਮਿਲਣਾ। ਜੇ ਤੁਹਾਨੂੰ ਫਰੈਂਚ ਨੌਲੇਜ ਆਫ ਓਫੀਸ਼ੀਅਲ ਲੈਂਗੁਏਜ, ਸੋ 2 ਓਫੀਸ਼ੀਅਲ ਲੈਂਗੁਏਜ 10 ਪੁਆਇੰਟਸ ਮਿਨੀਮਮ ਕੈਨੇਡੀਅਨ, CLB 7 and 1 ਕੈਨੇਡੀਅਨ ਓਫੀਸ਼ੀਅਲ ਲੈਂਗੁਏਜ ਮਿਨੀਮਮ CLB 7। ਸੋ ਜੇ ਤੁਹਾਡੇ ਕੋਲ ਇੱਕ ਇੰਗਲਿਸ਼ ਦੇ ਵਿੱਚ ਤੁਹਾਡੇ ਕੋਲ 6 ਚ ਹੈਗੇ ਆ ਤੇ CLB 6 ਤੁਹਾਡੇ ਕੋਲ ਫਰੈਂਚ ਦੇ ਵਿੱਚ ਹੈਗੇ ਆ ਤਾਂ ਤੁਹਾਨੂੰ ਪੁਆਇੰਟ ਮਿਲ ਸਕਦੇ ਆ 10 ਐਕਸਟਰਾ। ਜੇ ਤੁਹਾਨੂੰ ਸਿਰਫ ਇੱਕ ਹੀ ਓਫੀਸ਼ੀਅਲ ਲੈਂਗੁਏਜ ਆਉਂਦੀ ਆ ਤਾਂ 5 ਪੁਆਇੰਟ ਮਿਲਣਗੇ ਤੁਹਾਨੂੰ ਉਹਦੇ, ਠੀਕ ਹੈ। ਰੀਜਨਲਾਈਜੇਸ਼ਨ ਇਮੀਗ੍ਰੇਸ਼ਨ ਲੋਕੇਸ਼ਨ, ਸੋ ਨਾਰਦਰਨ ਓਨਟਾਰੀਓ ਦੇ ਵਿੱਚ ਕਰੋਗੇ, ਆਊਟਸਾਈਡ GTA ਹੋਣੀ ਚਾਹੀਦੀ ਤੁਹਾਡੀ ਮੇਨਲੀ, ਤੁਹਾਨੂੰ 10 ਪੁਆਇੰਟ ਮਿਲਣਗੇ। ਅਦਰ ਏਰੀਆਜ਼ ਆਊਟਸਾਈਡ GTA ਐਕਸੈਪਟ ਨਾਰਦਰਨ ਓਨਟਾਰੀਓ, ਸੋ ਨਾਰਦਰਨ ਓਨਟਾਰੀਓ ਤੇ GTA ਤੋਂ ਇਲਾਵਾ ਕੋਈ ਹੋਰ ਏਰੀਆ 'ਚ ਕਰਦੇ ਪਏ ਹੋ 8 ਪੁਆਇੰਟ, ਜਿਵੇਂ ਈਸਟਰਨ ਓਨਟਾਰੀਓ ਹੋ ਗਿਆ, ਈਸਟ ਵੈਸਟ ਹੋ ਗਿਆ, ਈਸਟ ਨਾਰਥ ਹੋ ਗਿਆ, ਹਾਂ ਨਾਰਥ ਈਸਟ ਹੁੰਦਾ, ਈਸਟ ਨਾਰਥ ਨਹੀਂ, ਹਾਂ ਸੌਰੀ। ਸੋ ਆਊਟਸਾਈਡ GTA ਏਰੀਏ ਜਿਹੜੇ ਨਾਰਦਰਨ ਓਨਟਾਰੀਓ ਨਾ ਹੋਣ, ਸੋ ਈਸਟਰਨ ਓਨਟਾਰੀਓ ਹੋ ਗਿਆ, ਵੈਸਟਰਨ ਓਨਟਾਰੀਓ ਹੋ ਗਿਆ, ਠੀਕ ਹੈ। ਇਨਸਾਈਡ GTA ਐਕਸੈਪਟ ਟੋਰਾਂਟੋ ਨੂੰ ਛੱਡ ਕੇ ਤੁਸੀਂ ਬਾਹਰ GTA 'ਚ ਕੰਮ ਕਰਦੇ ਹੋ 3 ਪੁਆਇੰਟ, ਟੋਰਾਂਟੋ 'ਚ ਕੰਮ ਕਰਨ ਦਾ 0 ਪੁਆਇੰਟ ਆ। ਤੇ ਰੀਜਨਲ ਇਮੀਗ੍ਰੇਸ਼ਨ ਲੋਕੇਸ਼ਨਸ ਆਫ ਸਟੱਡੀ ਵੈਰੀ ਫਿਜ਼ੀਕਲੀ, ਸੋ ਜੇ ਤੁਸੀਂ ਰੀਜਨਲ ਇਮੀਗ੍ਰੇਸ਼ਨ ਰੀਜਨਲ ਦੇ ਵਿੱਚ ਪੜ੍ਹਾਈ ਕੀਤੀ ਆ, ਮੰਨ ਲਓ ਨਾਰਦਰਨ ਓਨਟਾਰੀਓ 'ਚ ਕੀਤੀ ਹੈ 10 ਪੁਆਇੰਟ, ਅਦਰ ਏਰੀਆਸ ਨਾਰਦਰਨ ਓਨਟਾਰੀਓ ਤੋਂ ਇਲਾਵਾ 8 ਪੁਆਇੰਟ, GTA ਤੋਂ ਬਾਹਰ, ਇਨਸਾਈਡ GTA 3 ਪੁਆਇੰਟ, ਟੋਰਾਂਟੋ ਨੂੰ ਛੱਡ ਕੇ ਟੋਰਾਂਟੋ 0 ਪੁਆਇੰਟ, ਠੀਕ ਹੈ। ਔਰ ਰੀਜਨਲਾਈਜੇਸ਼ਨ ਦੇ ਪੁਆਇੰਟ ਆ ਪੂਰੇ ਕਾਲਮ ਦੇ ਵਿੱਚ, ਇਹਦੇ ਐਕਸਟਰਾ ਪੁਆਇੰਟ ਤੁਹਾਨੂੰ ਮਿਲਣਗੇ। ਸੋ ਇਹਦੇ ਤੁਹਾਡੇ ਪੁਆਇੰਟ ਕੱਟੇ ਨਹੀਂ ਜਾਣਗੇ, ਬਟ ਜੇ ਤੁਸੀਂ ਇੱਧਰ ਪੜ੍ਹਾਈ ਕੀਤੀ ਹੋਊਗੀ ਤੁਹਾਨੂੰ ਪੁਆਇੰਟ ਵੱਧ ਮਿਲ ਜਾਣਗੇ, ਠੀਕ ਹੈ। ਸੋ ਨਾਰਦਰਨ ਓਨਟਾਰੀਓ ਦੇ ਵਿੱਚ ਆ ਜਾਂਦਾ ਇਨ ਮਿਸਕੋਕਾ ਇਹਦਾ ਨਾਮ ਹੀ ਆ, ਨਿਪਸੈਂਗ, ਪੈਰੀ ਸਾਊਂਡ, ਮੇਨ ਸਲਬਰੀ, ਗ੍ਰੇਟਰ ਸਲਬਰੀ, ਗ੍ਰੈਂਡ ਸਲਬਰੀ, ਟਿਮਸਿੰਗ, ਕੋਰਚੀ, ਅਲਗੋਮਾ, ਥੰਡਰ ਬੇ, ਰੇਨੀ ਰਿਵਰ, ਕਨੋਰਾ। ਅਦਰ ਏਰੀਆਸ ਆਊਟਸਾਈਡ ਟੋਰਾਂਟੋ ਐਂਡ GTA ਐਕਸੈਪਟ ਨਾਰਥ ਓਨਟਾਰੀਓ ਆ ਜਾਂਦਾ ਆਵਲੇ, ਟੋਰਾਂਟੋ, ਓਕੇ, ਗ੍ਰੇਟਰ ਟੋਰਾਂਟੋ ਏਰੀਆ ਐਕਸੈਪਟ ਟੋਰਾਂਟੋ ਦੇ ਵਿੱਚ ਆ ਗਿਆ ਦੁਰਹਮ, ਹਾਲਟਨ, ਪੀਲ ਤੇ ਯਾਰਕ। ਟੋਰਾਂਟੋ ਦੇ ਵਿੱਚ include Toronto ਸਾਰੇ ਆ ਜਾਂਦੇ including city of Toronto। if you are nominated under this stream, ਇਹ ਨੋਮੀਨੇਸ਼ਨ ਅਪਰੂਵਲ ਲੈਟਰ, ਵਰਕ ਪਰਮਿਟ ਸਪੋਰਟ ਲੈਟਰ ਵੀ ਮਿਲ ਜੂਗੀ ਤੇ ਨੋਮੀਨੇਸ਼ਨ ਸਰਟੀਫਿਕੇਟ ਮਿਲ ਜੂਗਾ। ਸੋ ਜਿਹੜੇ ਵੀ ਲੋਕ ਸਟੱਡੀ ਪਰਮਿਟ ਤੇ ਜਾ ਰਹੇ ਆ ਦਿਸ ਕੈਨ ਬੀ ਅ ਗੁੱਡ ਪ੍ਰੋਗਰਾਮ, ਬਟ ਅਗੇਨ ਸਭ ਤੋਂ ਵੱਡੀ ਚੀਜ਼ 29 ਮਿੰਟ ਹੋ ਗਿਆ ਵੀਡੀਓ 'ਚ, ਸਭ ਤੋਂ ਵੱਡੀ ਚੀਜ਼ ਆ ਪ੍ਰੋਗਰਾਮ 'ਚ ਕੁਆਲੀਫਾਈ ਕਰਨ ਲਈ ਇਸ ਦਿਸ ਪੁਆਇੰਟ ਕ੍ਰਾਈਟੀਰੀਆ। ਸੋ ਆ ਪੁਆਇੰਟ ਵਾਲਾ ਕ੍ਰਾਈਟੀਰੀਆ ਸਭ ਤੋਂ ਵੱਡੀ ਚੀਜ਼ ਆ ਕੁਆਲੀਫਾਈ ਕਰਨ ਲਈ। ਤੇ 2026 ਦੇ ਵਿੱਚ ਓਨਟਾਰੀਓ ਦੇਖਦੇ ਆ, ਕਹਿ ਰਹੇ ਸੀ ਵੀ ਨਵੀਆਂ ਸਟਰੀਮਾਂ ਲੈ ਕੇ ਆਊਗਾ, ਕਿੰਨੇ ਕੁ ਲੈ ਕੇ ਆਉਂਦਾ, ਬਟ ਦਿਸ ਇਜ਼ ਵਾਟ ਯੂ ਨੀਡ ਟੂ ਨੋ ਟੂ ਕੁਆਲੀਫਾਈ। ਹਾਂ ਰੇ, ਸੋ ਤੁਹਾਡੇ ਪੁਆਇੰਟ ਮੈਚ ਕਰਨੇ ਚਾਹੀਦੇ ਆ।
ਜੋ ਡਰਾ ਨਿਕਲਿਆ ਸਭ ਤੋਂ ਲੋਐਸਟ, ਸਭ ਤੋਂ ਹਾਈਐਸਟ ਡਰਾ ਹੋ ਗਿਆ 75 ਪੁਆਇੰਟ ਦਾ, ਸਭ ਤੋਂ ਲੋਐਸਟ ਡਰਾ ਹੋ ਗਿਆ ਵਾ 54 ਤੋਂ ਥੱਲੇ ਆ ਗਿਆ ਕੋਈ। ਮੈਂ 30 ਵਾਲਾ ਦੇਖਿਆ ਸੀ ਇੱਕ ਡਰਾ ਮੇਰੇ ਹਿਸਾਬ ਨਾਲ, ਨਹੀਂ ਦੂਜੀ ਸਟ੍ਰੀਮ 'ਚ ਆਉਣਾ। ਓਕੇ, ਸੋ ਸਭ ਤੋਂ ਲੋਐਸਟ ਡਰਾ ਹੋ ਗਿਆ 54 ਤੇ, ਜੋ ਗਿਆ ਸੀ ਟਾਰਗੇਟਡ ਡਰਾ ਸੀ ਨਾਰਦਰਨ ਓਨਟਾਰੀਓ ਲਈ। ਸੋ ਆਹ ਚੀਜ਼ਾਂ ਦੇਖ ਕੇ ਆਪਾਂ ਟਾਰਗੇਟ ਕਰੀਏ ਵੀ ਫਿਰ ਆਪਣੀ ਵਾਰੀ ਆਉਣ ਦੇ ਚਾਂਸ ਆਪਣੇ ਕੋਲ ਸਾਰੀ ਨੌਲੇਜ ਹੋਵੇ। ਦੈਟ ਵਾਸ ਦਾ ਹੋਲ ਪੁਆਇੰਟ ਆਫ ਦਿਸ ਵੀਡੀਓ ਕਿ ਕਿਵੇਂ ਸਰਕਾਰ ਨੇ ਪੁਆਇੰਟਸ ਵਾਲਾ ਕ੍ਰਾਈਟੇਰੀਆ ਬਣਾਇਆ। ਜੇ ਆਪਾਂ ਨੂੰ ਕੋਈ ਵੀ ਕਹਿ ਰਿਹਾ ਕਿ ਬਸ ਭਾਜੀ ਤੁਸੀਂ ਸਿੱਧਾ ਇਹਦੇ ਵਿੱਚ ਬਿਨਾਂ ਐਕਸਪੀਰੀਅੰਸ ਆਫ ਫਾਈਲ ਪਾ ਸਕਦੇ ਹੋ, ਫਾਈਲ ਪੈ ਜਾਊਗੀ ਬਟ ਕੁਆਲੀਫਾਈ ਕਰਨਾ ਜ਼ਰੂਰੀ ਹੈ ਪਹਿਲਾਂ। ਜੇ ਕੁਆਲੀਫਾਈ ਕਰਾਂਗੇ ਫਿਰ ਹੀ ਆਪਾਂ ਨੂੰ ਇਨਵੀਟੇਸ਼ਨ ਆਊਗੀ। ਜੇ ਆਪਣੇ ਚੰਗੇ ਪੁਆਇੰਟ ਬਣਦੇ ਹੋਣਗੇ ਫਿਰ ਹੀ ਇਨਵੀਟੇਸ਼ਨ ਆਊਗੀ। ਕੱਲਾ ਕੁਆਲੀਫਾਈ ਇੱਕ ਹੁੰਦਾ ਕੁਆਲੀਫਾਈ ਹੋਣਾ, ਇੱਕ ਹੁੰਦਾ ਇਨਵੀਟੇਸ਼ਨ ਲੈਣੀ। ਕੁਆਲੀਫਾਈ ਤੋਂ ਸਾਰੀਆਂ ਰਿਕੁਆਇਰਮੈਂਟਾਂ ਮੀਟ ਕਰਤੀਆਂ, ਤੁਹਾਡੇ ਇੰਪਲੋਇਰ ਨੇ ਤੁਹਾਡੀ ਭਾਈ ਪ੍ਰੋਫਾਈਲ ਕ੍ਰੀਏਟ ਕਰਤੀ, ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਤਾ। ਪਰ ਅਗੇਨ ਜੇ ਮੰਨ ਲਓ ਮੇਰੇ ਹੁਣ ਉੱਥੇ ਪੁਆਇੰਟ ਬਣਦੇ ਪਏ ਆ ਰਿਹਾ ਸਭ ਤੋਂ ਲੋਐਸਟ ਡਰਾ 36 ਹੈ ਨਾ, ਟਾਰਗੇਟਡ ਡਰਾ ਸੀ ਗ੍ਰੇਟਰ ਸਡਬਰੀ ਇਹਦੇ ਵਿੱਚ। ਹੁਣ ਮੇਰੇ ਪੁਆਇੰਟ ਬਣਦੇ ਪਏ 40, ਠੀਕ ਹੈ। ਮੇਰੇ ਇੰਪਲੋਇਰ ਨੇ ਮੇਰੀ ਫਾਈਲ ਪਾਤੀ ਪਈ ਕਿ ਹਾਂ ਜੀ ਤਰ੍ਹਾਂ ਬਣ ਸਕਦਾ ਕੁਛ। ਜੇ ਅਗਲੇ ਸਾਲ 36 ਦਾ ਡਰਾ ਹੀ ਨਾ ਆਇਆ, ਇਹਦੇ 41 ਦਾ ਡਰਾ ਆਇਆ ਸੀ ਹੈਲਥ ਵਾਲਿਆਂ ਦਾ, ਮੇਰੀ ਜੋਬ ਹੋਰ ਸੀਨ ਦੇ ਵਿੱਚ ਆ, ਤਾਂ ਉਹ 40 ਪੁਆਇੰਟ ਮੈਨੂੰ ਕੀ ਫਾਇਦਾ। ਮੈਂ ਟਾਰਗੇਟ ਕਰਾਂ ਵੀ ਮੇਰੇ ਘੱਟੋ ਘੱਟ 50+ ਪੁਆਇੰਟ ਹੋਣ ਤਾਂ ਕਿ ਜਿਹੜੇ 40 ਵਾਲੇ ਆਉਣਗੇ ਉਹ 'ਚ ਮੇਰੀ ਵਾਰੀ ਆ ਸਕੇ, ਜਾਂ ਫਿਰ 51 ਦੇ ਵਿੱਚ ਮੇਰੀ ਵਾਰੀ ਆ ਸਕੇ। ਪੁਆਇੰਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਸੋ ਆਹ ਚੀਜ਼ਾਂ ਜ਼ਰੂਰ ਵੈਰੀਫਾਈ ਕਰੋ। ਫਿਰ ਤੁਹਾਨੂੰ ਲੱਗਦਾ ਕਿ ਹਾਂ ਤੁਸੀਂ ਕਰ ਸਕਦੇ ਹੋ, ਤੁਹਾਡੇ ਤੋਂ ਹੋ ਸਕਦਾ, ਦੈਟ ਇਜ਼ ਅ ਪੋਸੀਬਿਲਿਟੀ, ਦੈਨ ਮੇਕ ਅ ਡਿਸੀਜਨ। ਬਟ ਮੇਰੇ ਤੇਰੇ ਕਿਸੇ ਦੇ ਮਗਰ ਲਾ ਕੇ ਆਪਦੀ ਜ਼ਿੰਦਗੀ ਦੇ ਫੈਸਲੇ ਨਾ ਲਓ। ਤੁਹਾਡੀ ਜ਼ਿੰਦਗੀ ਆ, ਤੁਸੀਂ ਪੂਰੀ ਨੌਲੇਜ ਲੈ ਕੇ ਫਿਰ ਫੈਸਲਾ ਲਓ। ਕਾਹਲੀ 'ਚ ਕੋਈ ਕੰਮ ਨਹੀਂ। ਕੋਈ ਵੀ ਤੁਹਾਨੂੰ ਕਹਿ ਦੇ ਕਿ ਹਾਂ ਐਂ ਕਰਕੇ PR ਦਵਾ ਦੂੰਗਾ, ਕੋਈ ਨਹੀਂ ਦਵਾ ਸਕਦਾ। ਐਟ ਦ ਐਂਡ ਆਫ ਦ ਡੇ ਤੁਹਾਡੇ ਐਫਰਟ ਆ, ਤੁਹਾਡੀ ਰਿਸਪੌਂਸਿਬਿਲਿਟੀ ਆ। Tier 0, 1 to 3 ਦੀ ਜੋਬ ਲੈਣੀ ਤੁਹਾਡੀ ਰਿਸਪੌਂਸਿਬਿਲਿਟੀ ਆ। ਉਹ ਇੰਪਲੋਇਰ ਤੁਹਾਡੀ ਹੈਲਪ ਕਰੇ। ਇੰਪਲੋਇਰ ਪੋਰਟਲ ਦੇ ਵਿੱਚ EOI ਉਹਨੇ ਕ੍ਰੀਏਟ ਕਰਨੀ, ਐਕਸਪ੍ਰੈਸ਼ਨ ਆਫ ਇੰਟਰਸਟ ਉਹਨੇ ਕ੍ਰੀਏਟ ਕਰਨਾ, ਉਹ ਬੰਦੇ ਨੇ ਤੁਹਾਡੀ ਫਾਈਲ ਸਾਰੀ ਕਰਨੀ ਹੈ। ਬਿਕੋਜ਼ ਆਹ ਜੋਬ ਆਫਰ ਸਟਰੀਮ ਆ। ਸੋ ਇਹਦੇ ਵਿੱਚ ਤੁਹਾਡੀ PR ਨੂੰ 2 ਸਾਲ ਲੱਗ ਜਾਣ, ਇੰਪਲੋਇਰ ਤੁਹਾਨੂੰ ਲੱਭ ਗਿਆ ਤਾਂ ਉਸ ਇੰਪਲੋਇਰ ਨਾਲ ਤੁਹਾਨੂੰ ਇੰਪਲੋਇਮੈਂਟ ਮੇਨਟੇਨ ਰੱਖਣੀ ਪੈਣੀ ਹੈ ਸਾਰਾ ਕੁਛ। ਸੋ ਪਲੀਜ਼ ਸੋਚ ਸਮਝ ਕੇ ਵਧੀਆ ਤਰੀਕੇ ਨਾਲ ਫੈਸਲੇ ਲਓ। ਮੇਰੀ ਪਰਮਾਤਮਾ ਅੱਗੇ ਅਰਦਾਸ ਆ ਤੁਸੀਂ ਸਾਰੇ ਜਣੇ ਪੱਕੇ ਹੋ ਜਾਓ, ਕਾਮਯਾਬ ਹੋ ਜਾਓ, ਸੈਟਲ ਹੋ ਜਾਓ। ਬਸ ਕਾਹਲੀ ਜਲਦਬਾਜ਼ੀ ਫੈਸਲੇ ਨਾ ਲਓ। ਧੰਨਵਾਦ।